स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी। मैं जी आया। थैंक यू जी, शुक्रिया जी। पंजाब के मुख मंत्री भगवंत मान ने गवर्नर पंजाब नूं जवाब दिता। जिहड़ी चिट्ठी कल गवर्नर वालों लिखी गई सी मुख मंत्री दे नां कि तुसीं मैनूं जवाब दिओ, ड्यूटी बाउंड हो, मेरे सवालों के जवाब देण लई तुसीं दे नहीं रहे, तुसीं संविधान के खिलाफ जा रहे हो। ਇਹਦਾ ਮਤਲਬ ਹੈ ਕਿ ਅੱਜ ਇਹ ਲੜਾਈ ਹੋਰ ਤਿੱਖੀ ਹੋ ਗਈ ਆ। ਮੁੱਖ ਮੰਤਰੀ ਨੇ ਬੜੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਜਿਸ ਸੈਸ਼ਨ ਦੀ ਤੁਸੀਂ ਸਾਨੂੰ ਪ੍ਰਵਾਨਗੀ ਦਿੱਤੀ ਨਹੀਂ ਸੀ, ਉਹ ਸੈਸ਼ਨ ਦੀ ਪ੍ਰਵਾਨਗੀ ਸੁਪਰੀਮ ਕੋਰਟ 'ਚੋਂ ਆਈ ਸੀ ਜਾ ਕੇ, ਤੇ ਹੁਣ ਜਿਹੜੇ ਬਿੱਲ ਆ ਉਹ ਵੀ ਪਾਸ ਹੋਣਗੇ। ਉਹ ਬੜੇ ਭਰੋਸੇ ਨਾਲ ਇਹ ਗੱਲ ਕਹਿ ਰਹੇ ਸੀ, ਇੱਕ ਜਨਤਕ ਮੰਚ ਤੋਂ ਕਹਿ ਰਹੇ ਸੀਗੇ। ਇੰਜ ਲੱਗਦਾ ਇਹ ਟਕਰਾਅ ਹੁਣ ਵਿਕਰਾਲ ਰੂਪ ਧਾਰੂਗਾ। ਦੂਜਾ ਮਾਮਲਾ ਇਹ ਵੀ ਕੋਈ ਘੱਟ ਅਹਿਮ ਨਹੀਂ ਹੈ। ਮਾਮਲਾ ਇਹ ਆ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਮੀਟਿੰਗ ਕਨਵੀਨ ਕੀਤੀ ਸੀਗੀ, ਜਿਹਨੂੰ ਅਕਾਲੀ ਦਲ ਬਹੁਤ ਸਖਤ ਸ਼ਬਦਾਂ ਦੇ ਵਿੱਚ ਕੰਡੈਮ ਕਰ ਰਿਹਾ, ਨਿਖੇਧੀ ਕਰ ਰਿਹਾ। ਉਹਦੀ ਮਾਮਲਾ ਹੈ ਆਨੰਦ ਮੈਰਿਜ ਐਕਟ ਦਾ। ਉਹਦੇ ਵਿੱਚ ਕੁਝ ਲੋਕਾਂ ਨੂੰ ਜਿਹੜੇ ਕਿ ਵੱਖ-ਵੱਖ ਧਰਾਵਾਂ ਚੋਂ ਆਉਂਦੇ ਆ, ਉਹਨਾਂ ਨੂੰ ਸੱਦਿਆ ਗਿਆ। ਕੋਈ 8-10 ਦੇ ਕਰੀਬ ਲੋਕ ਸੱਦੇ ਗਏ ਸੀਗੇ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਬਾਹਰ ਕਿਉਂ, ਦਿੱਲੀ ਕਮੇਟੀ ਬਾਹਰ ਕਿਉਂ, ਇਹ ਸਵਾਲ ਉਹ ਉਠਾ ਰਿਹਾ। ਸਰਦਾਰ ਹਮੀਰ ਸਿੰਘ ਜੀ, ਸਭ ਤੋਂ ਪਹਿਲਾਂ ਕੱਲ ਦੀ ਚਿੱਠੀ ਦਾ ਜਵਾਬ ਮੁੱਖ ਮੰਤਰੀ ਪੰਜਾਬ ਯੂਨੀਵਰਸਿਟੀ ਦੇ ਮੰਚ ਤੋਂ ਦਿੰਦੇ ਆ, ਜਿੱਥੇ ਉਹ ਕਿਸੇ ਉਦਘਾਟਨ ਲਈ ਗਏ ਸੀ। ਉੱਥੋਂ ਉਹ ਬੜੇ ਸਾਫ਼ ਲਫ਼ਜ਼ਾਂ 'ਚ ਕਹਿੰਦੇ ਆ ਕਿ ਇਹਨਾਂ ਨੇ ਪਹਿਲਾਂ ਕਿਹੜੀ ਸਾਨੂੰ ਸੈਸ਼ਨ ਦੀ ਸਿੱਧੀ ਪ੍ਰਵਾਨਗੀ ਦੇਤੀ ਸੀ, ਜਦੋਂ ਅਸੀਂ ਸੁਪਰੀਮ ਕੋਰਟ ਗਏ ਉਦੋਂ ਮਿਲੀ ਸੀਗੀ। ਮੈਂ ਇੱਕ ਵਾਰੀ ਫਿਰ ਯਾਦ ਕਰਾਵਾਂ, ਇਹ ਉਸੇ ਸੈਸ਼ਨ ਦੀ ਗੱਲ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਭਰੋਸੇ ਦਾ ਵੋਟ ਹਾਸਲ ਕਰਨਾ ਚਾਹੁੰਦੀ ਸੀ ਔਰ ਗਵਰਨਰ ਇਹਨੂੰ ਕੋਈ ਏਜੰਡਾ ਨਹੀਂ ਸੀ ਮੰਨ ਰਹੇ। ਉਸ ਤੋਂ ਬਾਅਦ ਉਹਨਾਂ ਨੇ ਪ੍ਰਵਾਨਗੀ ਦਿੱਤੀ। ਸੁਪਰੀਮ ਕੋਰਟ ਦੇ ਵਿੱਚ ਜਿਸ ਦਿਨ ਸੁਣਵਾਈ ਸੀ ਇਸ ਮਾਮਲੇ ਦੀ, ਉਸ ਤੋਂ ਪਹਿਲਾਂ ਗਵਰਨਰ ਨੇ ਪੰਜਾਬ ਸਰਕਾਰ ਨੂੰ ਇਹ ਮਨਜ਼ੂਰੀ ਦੇ ਦਿੱਤੀ ਸੀ। ਸਰਦਾਰ ਹਮੀਰ ਸਿੰਘ ਜੀ, ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਹਮਲਾ ਜਾਂ ਇਹ ਜਵਾਬ ਤੁਸੀਂ ਇਹਨੂੰ ਕਿਵੇਂ ਲੈ ਰਹੇ ਹੋ? ਮੈਨੂੰ ਲੱਗਦਾ ਹੈ ਗਵਰਨਰ ਦੀਆਂ 2 ਚਿੱਠੀਆਂ ਦਾ ਜਵਾਬ ਹੁਣ ਜ਼ੁਬਾਨੀ ਚੀਫ ਮਿਨਿਸਟਰ ਨੇ ਦਿੱਤਾ। ਪਹਿਲਾਂ ਵੀ ਦਿੱਤਾ ਸੀ ਗਵਰਨਰ ਨੇ, ਫਿਰ ਚਿੱਠੀ ਲਿਖਤੀ ਤੇ ਹੁਣ ਫਿਰ ਜਿਹੜਾ ਜਵਾਬ ਦਿੱਤਾ ਜ਼ੁਬਾਨੀ ਤੌਰ ਤੇ ਜਨਤਕ ਪਲੇਟਫਾਰਮ ਤੋਂ ਕਿ ਅਸੀਂ ਕਰਾਂਗੇ। ਔਰ ਰਸਤਾ ਕੀ ਹੈ, ਰੌਲਾ ਇਹ ਵੀ ਕਰਨਗੇ ਕਿਵੇਂ, ਕੀ ਕਰੇਗੀ ਪੰਜਾਬ ਸਰਕਾਰ? ਜਾਂ ਤਾਂ ਉਹ ਕਲੀਅਰ ਕਰਨ ਕਿ ਸਾਡੇ ਕੋਲ ਆਹ ਆਪਸ਼ਨ ਨੇ, ਕੀ ਉਹ ਪੋਲੀਟੀਕਲੀ ਪ੍ਰੈਸ਼ਰ ਵੀ ਤਾਂ ਪਾ ਸਕਦੇ ਨੇ, ਜਨਤਕ ਦਬਾਅ ਵੀ ਗਵਰਨਰ ਦੇ ਖਿਲਾਫ ਹੋ ਸਕਦਾ ਕਿ ਗਵਰਨਰ ਸਾਡੇ ਰਸਤੇ 'ਚ ਰੋੜਾ ਬਣ ਰਹੇ ਨੇ। ਪੈਸੇ ਪੋਲੀਟੀਕਲੀ ਮੇਰੇ ਖਿਆਲ ਹੈ ਜਿਹੜਾ ਸਿਆਸਤ ਦਾ ਕੰਮ ਹੁੰਦਾ, ਜਿਹੜਾ ਪਬਲਿਕ ਦਬਾਅ ਦਾ ਕੰਮ ਹੁੰਦਾ, ਪਬਲਿਕ 'ਚ ਇੱਕ ਨੈਰੇਟਿਵ ਸੈੱਟ ਕਰਨਾ ਹੁੰਦਾ, ਉਧਰ ਨਹੀਂ ਜਾ ਰਹੀ ਆਮ ਆਦਮੀ ਪਾਰਟੀ ਵੀ ਇੱਥੇ ਘੱਟੋ ਘੱਟ। ਔਰ ਈਵਨ ਐਲਜੀ ਦੇ ਮਾਮਲੇ 'ਚ ਵੀ ਉਧਰ ਨਹੀਂ ਗਈ। ਉਹ ਪਾਰਟੀ ਦਰ ਪਾਰਟੀ ਫਿਰੀ ਸਾਰਿਆਂ ਦੇ ਕੋਲੇ ਜਾ ਕੇ ਸਾਨੂੰ ਸਪੋਰਟ ਦਿਓ, ਉਸ ਚਾਹੇ ਆਰਡੀਨੈਂਸ ਦਾ ਮਾਮਲਾ ਸੀ। ਉਹ ਸਾਈਡ ਲੈਫਟ। ਦੂਜੀ ਸਾਈਡ ਫਿਰ ਕੀ ਬਚਦੀ ਹੈ? ਦੂਜੀ ਸਾਈਡ ਇਹੀ ਬਚਦੀ ਹੈ, ਜਾਂ ਤਾਂ ਤੁਸੀਂ ਹੋਮ ਮਿਨਿਸਟਰ ਨੂੰ ਮਿਲੋ ਜਾਂ ਪ੍ਰਾਈਮ ਮਿਨਿਸਟਰ ਨੂੰ ਮਿਲੋ ਕਿ ਗਵਰਨਰ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੇ, ਸਾਡੇ ਨਾਲ ਕੋਆਪਰੇਟ ਕਰਨ। ਜੇ ਤੁਸੀਂ ਇਹ ਨਹੀਂ ਕਰਨਾ ਚਾਹੁੰਦੇ, ਜੇ ਤੁਹਾਨੂੰ ਇਹ ਲੱਗ ਰਿਹਾ ਕਿ ਇਹ ਸਿੱਧਾ ਉੱਥੋਂ ਇਸ਼ਾਰੇ ਤੋਂ ਬਿਨਾਂ ਗਵਰਨਰ ਕਰ ਹੀ ਨਹੀਂ ਸਕਦੇ, ਫਿਰ ਤੁਹਾਡੇ ਨਾਲ ਕੋਲ ਆਪਸ਼ਨ ਬਚਦੀ ਹੈ ਸੁਪਰੀਮ ਕੋਰਟ ਜਾਓ। ਹੋਰ ਤਾਂ ਕੋਈ ਨਾ ਕਦੇਗਾ ਨਹੀਂ। ਇਹਨੂੰ ਕਿੰਨੇ ਦਿਨ ਬਾਅਦ ਕਰਨਾ ਹੈ, ਇਹਨਾਂ ਚੀਜ਼ਾਂ ਨੂੰ ਕਿੰਨੇ ਦਿਨ ਦੇਖਣਾ ਹੈ, ਕਿੰਨੇ ਦਿਨ ਖਲਾਅ ਪੈਦਾ ਕਰਨਾ। ਫਿਰ ਉਹ ਜਿਹੜੇ ਇਟ ਮੀਨ ਜੇ ਤੁਸੀਂ ਬਿੱਲ ਬਣਾਏ, ਉਹਨਾਂ ਦੀ ਬਹੁਤੀ ਕਾਹਲੀ ਨਹੀਂ ਸੀ, ਉਹ ਨਾਰਮਲ ਚੀਜ਼ਾਂ ਸੀ, ਤੁਹਾਡੀ ਸਟ੍ਰੈਟਜੀ ਦਾ ਹਿੱਸਾ ਨਹੀਂ ਹੈ। ਇਹਦੇ ਤੋਂ ਮਤਲਬ ਪ੍ਰਭਾਵ ਵੀ ਕੀ ਲਿਆ ਜਾਏ? ਫਿਰ ਹੋ ਸਕਦਾ ਚੀਫ ਮਿਨਿਸਟਰ ਦੇ ਦਿਮਾਗ 'ਚ ਇੱਕ ਗੱਲ ਹੋਰ ਵੀ ਹੋਵੇ ਵੀ ਇਹ ਪਾਸ ਤਾਂ ਕਰਾ ਕੇ ਹਟਾਂਗੇ। ਉਹਨਾਂ ਨੂੰ ਸਪੈਸ਼ਲ ਹੋਰ ਸੈਸ਼ਨ ਸੱਦਣ ਤੋਂ ਕੋਈ ਨਹੀਂ ਰੋਕ ਸਕਦਾ। ਗਵਰਨਮੈਂਟ ਜਦ ਸਭ ਮਰਜ਼ੀ ਸੱਦ ਸਕਦੀ ਹੈ। ਦੁਬਾਰਾ ਇਹੀ ਬਿੱਲਾਂ ਤੇ ਮੋਹਰ ਲਾ ਕੇ ਉਹ ਦੁਬਾਰਾ ਦੇ ਦੇ ਵੀ ਇਹ ਤਾਂ ਚਲੋ ਤੁਹਾਡਾ ਸਾਡਾ ਬਿੱਲ ਉਹ ਨਹੀਂ ਸੀ, ਆ ਚੱਕੋ ਬਿੱਲ, ਤੇ ਇਹਨਾਂ ਬਿੱਲਾਂ ਨੂੰ ਦੁਬਾਰਾ ਤੁਸੀਂ ਉਹ ਕਰੋ, ਤੁਸੀਂ ਸਾਨੂੰ ਵਾਪਸ ਨਹੀਂ ਮੋੜੇ ਨਾ। ਤਾਂ ਇਹ ਟੈਕਨੀਕਲੀ ਗਵਰਨਰ ਇਹ ਕਹੋ ਕਿ ਤੁਸੀਂ ਦੁਬਾਰਾ ਐ ਨਹੀਂ ਕਰ ਸਕਦੇ, ਮੇਰੇ ਕੋਲ ਪਏ ਨੇ, ਤੇਰੇ ਕੋਲ ਪਏ ਨੇ। ਇਹ ਕੋਈ ਕਨਸਟੀਟਿਊਸ਼ਨਲ ਆੜੇ ਨਹੀਂ ਆਉਂਦਾ ਇਸ ਮਾਮਲੇ ਦੇ। ਜੇਕਰ ਤੁਸੀਂ ਇਹ ਵੀ ਕਰ ਸਕੋ ਜਾਂ ਕਰ ਲਓ। ਮੈਂ ਤਾਂ ਇਹ ਕਹਿੰਦਾ ਕੁਝ ਤਾਂ ਕਰ ਲਓ, ਉਹਨਾਂ ਨੂੰ ਲਟਕਾਈ ਕਿਉਂ ਜਾ ਲਿਓ? ਜਿਹੜੀਆਂ ਵੀ ਚੀਜ਼ਾਂ ਤੁਸੀਂ ਵੱਖ-ਵੱਖ ਕਰ ਰਹੇ ਹੋ ਤਾਂ ਦੇਖ ਲਓ ਉਸ ਲੈਵਲ ਦਾ। ਜੇਕਰ ਭਰੋਸੇ ਦੇ ਵੋਟ ਲਈ, ਆਪਰੇਸ਼ਨ ਨੋਟਿਸ ਲਈ ਐਡੀ ਪੋਲੀਟੀਕਲ ਗੇਮ ਕੀਤੀ ਜਾ ਸਕਦੀ ਹੈ ਤਾਂ ਇਹਦੇ ਲਈ ਕਿਉਂ ਨਹੀਂ ਕੀਤਾ ਜਾ ਸਕਦਾ? ਇਹ ਤਾਂ ਬੜਾ ਮਾਰਾ। ਔਰ ਗਵਰਨਰ ਸਾਹਿਬ ਉਹਨੂੰ ਰੋਕ ਹੀ ਨਹੀਂ ਸਕਣਗੇ ਕਿਉਂਕਿ ਸੁਪਰੀਮ ਕੋਰਟ 'ਚੋਂ ਉਹ ਜੱਜਮੈਂਟ ਰੋਜ਼ ਪੜ੍ਹਦੇ ਨੇ। ਇਹਨਾਂ ਵਾਲੀ ਸਾਈਡ ਵੀ ਪੜ੍ਹਦੇ ਨੇ, 167 ਆਪਦੇ ਵਾਲੀ ਸਾਈਡ ਵੀ ਪੜ੍ਹਦੇ ਹੋਣਗੇ। ਸੈਸ਼ਨ ਤਾਂ ਨਹੀਂ ਰੋਕਿਆ ਜਾ ਸਕਦਾ ਬੁਲਾਉਣ ਤੋਂ, ਇਸ ਪਾਸੇ ਵੀ ਚੱਲਿਆ ਜਾ ਸਕਦਾ। ਇਹ ਸਭ ਤੋਂ ਅਹਿਮ ਸਵਾਲ ਤੁਸੀਂ ਖੜਾ ਕਰਤਾ ਕਿ ਕੀ ਮੁੱਖ ਮੰਤਰੀ ਜਦੋਂ ਇਹ ਕਹਿ ਰਿਹਾ ਕਿ ਬਿੱਲ ਤਾਂ ਪਾਸ ਹੋ ਕੇ ਰਹਿਣਗੇ, ਇਹਦਾ ਮਤਲਬ ਇਹ ਆ ਕਿ ਉਹ ਦੁਬਾਰਾ ਸੈਸ਼ਨ ਅਜਲਾਸ ਬੁਲਾਉਣ ਦੀ ਕਵਾਇਦ ਦੇ ਵਿੱਚ ਨੇ? ਉਹ ਜੇ ਮੰਨ ਲਓ ਗਵਰਨਰ ਇੱਕ ਵਾਰੀ ਮਨਾ ਵੀ ਕਰਨਗੇ, ਕਰ ਹੀ ਨਹੀਂ ਸਕਦੇ। ਪਹਿਲੀ ਗੱਲ ਤਾਂ ਉਹਨਾਂ ਨੂੰ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੋਈ ਹੈ
ਇਹਦਾ ਮਤਲਬ ਹੈ ਕਿ ਇੱਕ ਵਾਰੀ ਫਿਰ ਸੱਦਿਆ ਜਾ ਸਕਦਾ। ਜੇ ਤੁਸੀਂ ਇਹਨੂੰ ਗੈਰ ਕਾਨੂੰਨੀ ਕਹਿੰਦੇ ਹੋ, ਕਹਿੰਦੇ ਲਿਆਓ ਜੀ ਅਸੀਂ ਇੱਕ ਦਿਨ ਲਈ ਫਿਰ ਸੱਦ ਲੈਂਦੇ, ਫਿਰ ਕੀ ਕਰੋਗੇ? ਔਰ ਇਸੇ ਕਰਕੇ ਇਹ ਹੈ ਕਿ ਜੇ ਅੱਗੇ ਨੂੰ ਇੱਕ ਗੱਲ ਹੋਰ ਵੀ ਹੈ ਕਿ ਜੇ ਦੋ ਕਨਸਟੀਟਿਊਸ਼ਨਲ ਅਥਾਰਟੀਜ਼ ਦੇ ਵਿੱਚ ਇਹ ਕੰਮ ਰਹਿੰਦਾ ਹੈ, ਹਰ ਗੱਲ ਹੀ ਅਦਾਲਤ ਦੇ ਵਿੱਚ ਜਾਣੀ ਹੈ, ਹਰ ਗੱਲ ਹੀ ਅਦਾਲਤ ਦੇ ਵਿੱਚ ਜਾਣੀ ਹੈ, ਐ ਤਾਂ ਢਾਂਚੇ ਚੱਲਦੇ ਨਹੀਂ। ਦੋਨੇ ਧਿਰਾਂ ਨੂੰ ਜਿੱਤਾ ਉਹ ਆਪੋ ਆਪਣੇ ਮਰਿਆਦਾ, ਆਪੋ ਆਪਣੇ ਲਛਮਣ ਰੇਖਾ ਦਾ, ਆਪੋ ਆਪਣੇ ਸਿਧਾਂਤਕ ਜੋ ਉਹਨਾਂ ਨੂੰ ਮਿਲੀ ਹੋਈ ਸੰਵਿਧਾਨਕ ਤਾਕਤ ਹੈ ਉਹਦਾ ਖਿਆਲ ਰੱਖਣਗੇ ਤਾਂ ਉਹ ਗੱਲ ਕਿਤੇ ਨਿਬੜਦੀ ਹੈ। ਔਰ ਜੇ ਇੱਕ ਮੰਨ ਲਓ ਇਹਦੇ ਚ ਵੀ ਤੁਸੀਂ ਚਲੇ ਗਏ, ਇਹਦੇ ਚ ਵੀ ਕੋਰਟ ਨੇ ਕੋਈ ਫੈਸਲਾ ਕਰਤਾ, ਹੋ ਸਕਦਾ ਹੈ ਇਸ ਪੱਖ ਚ ਕਰਤਾ, ਕੋਰਟ ਇਹ ਤਾਂ ਨਹੀਂ ਕਹਿ ਸਕਦੀ ਨਾ ਗਵਰਨਰ ਨੂੰ ਕਿ ਇਹ ਪਾਸ ਨੇ। ਕੋਰਟ ਤੋਂ ਪਹਿਲਾਂ ਇਹ ਕਰਾਉਣਾ ਪਏਗਾ ਫਿਰ ਜਾ ਕੇ ਕਿ ਵੈਲਿਡ ਹੈ ਜਾਂ ਨਹੀਂ ਵੈਲਿਡ। ਸੈਸ਼ਨ ਵੈਲਿਡ ਹੋ ਜਾਂਦਾ, ਸਪੋਜ਼ ਕਰੋ ਵੀ ਠੀਕ ਹੈ ਜੀ ਸੈਸ਼ਨ ਤਾਂ ਵੈਲਿਡ ਹੈ, ਗਵਰਨਰ ਦੀ ਗਲਤ ਹੈ ਜੋ ਵੀ ਕਰਦੇ ਨੇ। ਉਦੋਂ ਬਾਅਦ ਕੋਰਟ ਇਹ ਤਾਂ ਨਹੀਂ ਕਹਿ ਸਕਦੀ ਗਵਰਨਰ ਨੂੰ ਵੀ ਤੂੰ ਦੇ ਪਰਮਿਸ਼ਨ ਜਾਂ ਨਾ ਦੇ। ਗਵਰਨਰ ਕੋਲ ਜਾਂ ਵਾਪਸ ਭੇਜਣ ਦਾ ਰਾਈਟ ਹੈ ਫਿਰ ਵੀ, ਜਾਂ ਫਿਰ ਵੀ ਪ੍ਰੈਜ਼ੀਡੈਂਟ ਨੂੰ ਭੇਜਣ ਦਾ ਰਾਈਟ ਗਵਰਨਰ ਕੋਲ ਹੈ ਹੀ ਹੈ। ਇਹਨੂੰ ਇਸ ਮਾਮਲੇ ਚ ਉਸ ਪੱਧਰ ਦੀ ਦਖਲਅੰਦਾਜ਼ੀ ਤਾਂ ਕਿਤੇ ਵੀ ਨਹੀਂ। ਔਰ ਜਿੰਨੇ ਕੇਸ ਪਹਿਲਾਂ ਹੋਏ ਨੇ ਜੀ ਉਹਨਾਂ ਚ ਕੋਰਟ ਨੇ ਫੈਸਲੇ ਜਿਹੜੇ ਕੀਤੇ ਨੇ ਉਹ ਨਾਰਮਲੀ ਉਹ ਕੀਤੇ ਨੇ ਕਿ ਰੀਜਨੇਬਲ ਟਾਈਮ ਦੇ ਵਿੱਚ ਤੁਸੀਂ ਇਹ ਚੀਜ਼ਾਂ ਕਰਨੀਆਂ ਨੇ, ਆਹ ਚੀਜ਼ਾਂ ਐ ਕਰਨੀਆਂ ਨੇ। ਹੁਣ ਉਹ ਰੀਜਨੇਬਲ ਟਾਈਮ ਕੀ ਨੇ ਇਹਦੀ ਵਿਆਖਿਆ ਆਪੋ ਆਪਣੀ ਹੁੰਦੀ ਹੈ ਕਿ ਮੈਨੂੰ ਤਾਂ ਬੜਾ ਮੁੱਦਾ ਇੰਨਾ ਟਾਈਮ ਲੱਗੂ, ਮੈਨੂੰ ਇੰਨਾ ਟਾਈਮ ਲੱਗੂ। ਇਸ ਲਈ ਸੰਵਿਧਾਨਕ ਤੇ ਕਾਨੂੰਨੀ ਉਲਝਣਾਂ ਜਿਹੜੀਆਂ ਹੁੰਦੀਆਂ ਨੇ ਇਹ ਬਹੁਤ ਹੀ ਟਫ ਟਾਈਮ ਦੇ ਵਿੱਚ ਹੁੰਦੀਆਂ ਨੇ, ਪਰ ਸਧਾਰਨ ਟਾਈਮ ਦੇ ਵਿੱਚ ਵੀ ਤੁਸੀਂ ਇਹਨਾਂ ਗੱਲਾਂ 'ਚ ਪੈ ਜਾਓਗੇ। ਪੰਜਾਬ ਦਾ ਲਾਸ ਹੈ, ਹੋ ਸਕਦਾ ਉਹਨਾਂ ਕਾਨੂੰਨਾਂ 'ਚੋਂ ਕੁਝ ਫਾਇਦਾ ਹੋਵੇ, ਕੁਝ ਨੁਕਸਾਨ। ਉਹ ਅਲੱਗ ਸਵਾਲ ਹੈ ਕਿ ਕਿਹੜਾ ਕਾਨੂੰਨ ਫਿੱਟ ਸੀ, ਕਿਹੜਾ ਵਧੀਆ ਸੀ, ਕਿਹੜਾ ਨਹੀਂ ਵਧੀਆ ਸੀ, ਉਹ ਡਿਬੇਟ ਦਾ ਅਲੱਗ ਕੁਐਸਚਨ ਹੋ ਸਕਦਾ। ਪਰ ਇਹ ਕਰਕੇ ਖਰਜੋ ਕਿ ਆਪਾਂ ਤਾਂ ਕਰਨਾ ਹੀ ਨਹੀਂ, ਉਹ ਕਹਿੰਦੇ ਨੇ ਆਪਾਂ ਕਰਾ ਕੇ ਰਹਾਂਗੇ। ਇਦੋਂ ਬਾਅਦ ਬਿਨਾਂ ਜਿਹੜਾ ਪੋਲੀਟੀਕਲ ਸਟ੍ਰੈਟਜੀ ਤੇ ਬਿਊਰੋਕ੍ਰੈਟਿਕ ਸਟ੍ਰੈਟਜੀ ਦਾ ਇਸ਼ੂ ਹੁੰਦਾ ਕਿ ਇਹ ਮਾਮਲਾ ਰਿਜ਼ੋਲਵ ਕਿਵੇਂ ਹੋਵੇ। ਥੋੜਾ ਜਿਹਾ ਮਤਲਬ ਜਿਹੜੇ ਅੜੀ ਆ ਇੱਕ ਦੂਜੇ ਦੀ ਆਪਸ ਦੇ ਵਿੱਚ ਖੜੀ ਇੱਕ ਐਰੋਗੈਂਸ ਹੈ ਜਿਹੜਾ ਵੀ ਦਿਖਾਈ ਦੇ ਰਹੀ ਹੈ ਨਾ ਦੋਨੇ ਗੱਲਾਂ ਦੇ ਵਿੱਚ। ਕਿਸੇ ਧਿਰ ਵੱਲੋਂ ਵੀ ਪਹਿਲ ਨਾ ਹੋਵੇ ਇਸ ਮਾਮਲੇ ਦੇ ਵਿੱਚ ਵੀ ਚਲੋ ਆਪਾਂ ਇਹਨੂੰ ਰਿਜ਼ੋਲਵ ਵੀ ਤਾਂ ਕਰਨਾ ਹੈ, 4 ਸਾਲ ਲੜੀਓ ਜਾਣਾ ਹੈ। ਔਰ ਜਾਂ ਗਵਰਨਰ ਨੂੰ ਵਾਪਸ ਬੁਲਾਉਣ ਦੀ ਮੰਗ ਕਰੋ ਤੁਸੀਂ। ਭਗਵੰਤ ਮਾਨ ਦੀ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਉਹਦੇ ਨਾਲ ਰਲ ਕੇ, ਜਿਵੇਂ ਬਾਕੀ ਦੀਆਂ ਸਰਕਾਰਾਂ ਕਰਦੀਆਂ ਨੇ ਕਿ ਇਹ ਗਵਰਨਰ ਪੰਜਾਬ ਦੇ ਫਿੱਟ ਨਹੀਂ ਹੈ, ਪੰਜਾਬ ਦੇ ਰਸਤੇ 'ਚ ਰੋੜਾ ਅਟਕਾਉਂਦਾ ਹੈ ਤੇ ਇਹਨੂੰ ਵਾਪਸ ਬੁਲਾਇਆ ਜਾਣਾ ਚਾਹੀਦਾ। ਸਾਡੀ ਬਿੱਲ ਤੋਂ ਬਿਨਾਂ, ਲੋਕਾਂ ਦੀ ਰਾਏ ਤੋਂ ਬਿਨਾਂ, ਚੁਣੀ ਗਈ ਸਰਕਾਰ ਦੇ ਖਿਲਾਫ ਦੀ ਰਾਏ ਤੋਂ ਬਿਨਾਂ। ਇਹਦਾ ਮਤਲਬ ਜੇ ਤੁਸੀਂ ਵਾਪਸ ਨਹੀਂ ਬਣਾਉਂਦੇ ਤਾਂ ਤੁਸੀਂ ਮਤਲਬ ਪੰਜਾਬ ਦੇ ਅਗੇਂਸਟ ਜਾ ਰਹੇ ਹੋ। ਕੋਈ ਉਹਨੂੰ ਪੋਲੀਟੀਕਲ ਸਲੋਗਨ ਉਸ ਲੈਵਲ ਦਾ ਬਣਾਓ। ਅਜੇ ਉੱਥੇ ਤੱਕ ਜਾਂਦਾ ਕਿਉਂ ਨਹੀਂ ਕੋਈ? ਮੈਨੂੰ ਫ੍ਰੈਂਡਲੀ ਮੈਚ ਜਾਂ ਕਈ ਵਾਰ ਨਜ਼ਰ ਆਉਂਦਾ ਤਾਂ ਵੀ ਤੁਸੀਂ ਉਹਨੇ ਨਾਲ ਵੀ ਚੱਲੀ ਜਾਓ। ਪੰਜਾਬ ਦੇ ਲੋਕ ਜੋ ਚੱਲਦੇ ਨੇ ਕਰੇ, ਆਪਾਂ ਕਹਾਂਗੇ ਜੀ ਗਵਰਨਰ ਗਲਤ ਹੈ, ਉਹ ਨਹੀਂ ਕਰ ਰਿਹਾ। ਗਵਰਨਰ ਕਹੂਗਾ ਮੈਂ ਕੀ ਕਰਾਂ, ਮੈਨੂੰ ਉਹ ਨਹੀਂ ਦੇ ਰਹੇ ਜੀ, 167 ਦੀ ਧਾਰਾ ਹੈ ਉਹ ਦਿਓ। ਹਰ ਗੱਲ 167 ਚ ਆ ਕੇ ਵੀ ਨਹੀਂ ਫਸਦੀ ਹੁੰਦੀ। ਹਰ ਗੱਲ ਤੁਹਾਡੇ ਇਹਨਾਂ ਨਾਲ ਵੀ ਤੁਹਾਡਾ ਕੰਮ ਹੁੰਦਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ, ਕਿਹੜੀ ਰਣਨੀਤੀ ਦੇ ਨਾਲ ਜਿਹੜੀ ਗੱਲ ਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਪੰਜਾਬ ਦੇ ਲੋਕਾਂ ਦੇ ਫਾਇਦੇ 'ਚ ਹੈ ਉਹ ਕੱਢ ਲਿਆਉਂਦੇ ਹੋ, ਉਹਨੂੰ ਗਿਵਨ ਵਿਦਨ ਦੇ ਟਾਈਮ ਫਰੇਮ ਉਹਨੂੰ ਹੱਲ ਕਰ ਦਿੰਦੇ ਹੋ। ਤੁਹਾਡੀ ਕਾਬਲੀਅਤ ਹੈ ਬੀਇੰਗ ਏ ਚੀਫ ਮਿਨਿਸਟਰ ਜਾਂ ਬੀਇੰਗ ਏ ਗਵਰਨਮੈਂਟ, ਉਹ ਤੋਂ ਦੇਖੀ ਜਾਣੀ ਹੈ। ਔਰ ਇਸੇ ਤਰ੍ਹਾਂ ਗਵਰਨਰ ਤੋਂ ਵੀ ਜੇ ਉਹ ਸਿਧਾਂਤ ਦੀ ਗੱਲ ਕਰਦੇ ਨੇ ਤਾਂ ਉਹ ਤੋਂ ਦੇਖਿਆ ਜਾਣਾ। ਜਾਂ ਤਾਂ ਤੁਸੀਂ ਦੱਸੋ ਕੀ ਕਰਦੇ ਹੋ, ਕੀ ਨਹੀਂ ਕਰਦੇ, ਓਵਰਆਲ ਅੱਗੇ ਕੀ ਕਰੋਗੇ। ਤੁਸੀਂ ਚਲੇ ਜਾਓ ਜੇ ਤੁਹਾਡੀ ਚੀਫ ਮਿਨਿਸਟਰ ਨਹੀਂ ਬਣਦਾ। 167 ਦੇ ਮਾਮਲੇ ਦੇ ਵਿੱਚ ਇਹ ਹੋ ਰਿਹਾ। ਇਹ ਲੋਕਾਂ ਨੂੰ ਲਟਕਾਇਆ ਕਿਉਂ ਹੈ ਮੰਝ ਧਾਰ ਦੇ ਵਿੱਚ ਦੋ ਬੰਦਿਆਂ ਦੀ? ਜਿਵੇਂ ਆਮ ਕਹਿੰਦੇ ਹੁੰਦੇ ਨੇ ਪੰਜਾਬੀ 'ਚ ਇੱਕ ਮੁਹਾਵਰਾ, ਪਤਾ ਨਹੀਂ ਇੱਥੇ ਵਾਜਬ ਢੁਕੇਗਾ ਪਤਾ ਨਹੀਂ, ਉਹਦਾ ਮਤਲਬ ਇਹ ਹੈ ਵੀ ਸਾਨਾਂ ਦੇ ਭੇੜ 'ਚ ਫਸਲਾਂ ਦਾ ਉਜਾੜਾ ਹੈ ਜਿਹੜਾ ਉਹ ਲਗਾਤਾਰ ਹੋ ਰਿਹਾ ਤੇ ਇਹ ਬਹੁਤ ਖਤਰਨਾਕ ਰੁਝਾਨ ਜੀ। ਸਰਦਾਰ ਜਗਤਾਰ ਸਿੰਘ ਜੀ, ਕੀ ਹੁਣ ਇੱਕੋ ਹੀ ਰਸਤਾ ਬਚਿਆ ਹੈ ਕਿ ਸੁਪਰੀਮ ਕੋਰਟ ਜਾਂ ਕੋਈ ਹੋਰ ਉੱਚ ਅਦਾਲਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਨਜਿੱਠਿਆ ਜਾਵੇ? ਕਿਉਂਕਿ ਗਵਰਨਰ ਜਦੋਂ 167 ਦਾ ਜ਼ਿਕਰ ਕਰ ਰਹੇ ਆ ਤਾਂ ਉਹ ਉਸੇ ਹੀ ਫੈਸਲੇ ਦੀ ਰੋਸ਼ਨੀ 'ਚ ਕਰ ਰਹੇ ਆ ਜਿਹਦਾ ਜ਼ਿਕਰ ਉਹ 2 ਵਾਰੀ ਪਹਿਲਾਂ ਵੀ ਪੱਤਰਕਾਰਾਂ ਦੀ ਪ੍ਰੈਸ ਮਿਲਣੀ ਦੇ ਵਿੱਚ ਵੀ ਕਰ ਚੁੱਕੇ ਆ। ਔਰ ਉਹ ਬਕਾਇਦਾ ਪੜ੍ਹ ਕੇ ਜੱਜਮੈਂਟ ਜਿਹੜੀ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਉਹ ਸੁਣਾਉਂਦੇ ਰਹੇ ਆ। ਇਹਦਾ ਮਤਲਬ ਹੈ ਕਿ ਉਹ ਆਪਣਾ ਪੱਖ ਮਜ਼ਬੂਤ ਕਰ ਰਿਹਾ ਕਿ ਕੱਲ ਨੂੰ ਅਦਾਲਤ, ਕਿਉਂਕਿ ਜਿਵੇਂ ਜਿਵੇਂ ਹਦਾਇਤ ਹੋਈ ਸੀਗੀ ਉਵੇਂ ਉਵੇਂ ਗਵਰਨਰ ਤਾਂ ਕਹਿਣਗੇ ਮੈਂ ਤਾਂ ਕੀਤਾ, ਮੈਂ ਤੇ ਹਰ ਗੱਲ ਦਾ ਜਵਾਬ ਦੇ ਰਿਹਾ, ਲੇਕਿਨ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਮੈਨੂੰ ਜਵਾਬ ਨਹੀਂ ਦੇ ਰਹੇ। ਦੂਜੀ ਗੱਲ, ਜਿਹੜੇ ਇਹ ਬਿੱਲ ਨੇ, ਜਿਹੜੇ ਹੁਣ ਇਹ ਕਾਨੂੰਨ ਬਣਨੇ ਨੇ, ਅਜੇ ਸਾਈਨ ਹੋਣੇ ਨੇ, ਜਦੋਂ ਗਵਰਨਰ ਨੇ ਸਾਫ਼ ਲਫ਼ਜ਼ਾਂ 'ਚ ਕਹਿਤਾ ਕਿ ਇਹ ਤੁਹਾਡਾ ਗੈਰ ਕਾਨੂੰਨੀ ਆ ਸੈਸ਼ਨ, ਤਾਂ ਇਹਦਾ ਮਤਲਬ ਹੈ ਕਿ ਉਹ ਹੁਣ ਪਾਬੰਦ ਨਹੀਂਗੇ ਇਸ ਬਿੱਲਾਂ ਨੂੰ ਵਾਪਸ ਭੇਜਣ ਦੇ। ਉਹ ਆਪਣੇ ਕੋਲ ਨੱਪ ਕੇ ਵੀ ਬਹਿ ਸਕਦੇ ਆ। ਜਿੰਨਾ ਚਿਰ ਪੰਜਾਬ ਸਰਕਾਰ ਹੁਣ ਅਦਾਲਤ ਵਿੱਚ ਨਹੀਂ ਜਾਊਗੀ
ਉਹਨਾਂ ਚਿਰ ਤਾਂ ਜੇ ਗਵਰਨਰ ਬੈਠੇ ਵੀ ਰਹਿਣ ਤੇ ਕੀ ਹੋ ਰੌਲਾ ਹੀ ਪੈਂਦਾ ਰਹੂ ਨਾ, ਕੁਝ ਸਟੇਟਮੈਂਟਸ ਆਉਂਦੀਆਂ ਰਹਿਣਗੀਆਂ ਮੁੱਖ ਮੰਤਰੀ ਵੱਲੋਂ ਜਾਂ ਸਰਕਾਰ ਕਲਪਦੀ ਰਹੂਗੀ। ਜੇ ਉਹ ਨੱਪ ਕੇ ਬਹਿ ਜਾਂਦੇ ਇਸ ਹਾੜ 'ਚ ਕਿ ਇਹ ਤਾਂ ਗੈਰ ਕਾਨੂੰਨੀ ਸੀ, ਹੁਣ ਗੈਰ ਕਾਨੂੰਨੀ ਸੀ ਕਿ ਕਾਨੂੰਨੀ ਸੀ, ਇਹਦਾ ਫੈਸਲਾ ਕੌਣ ਕਰੂਗਾ? ਕੀ ਸਿਰਫ ਅਦਾਲਤ ਹੀ ਕਰੂਗੀ? ਕਿਉਂਕਿ ਮਾਮਲਾ ਤੇ ਫਸ ਗਿਆ। ਮੁੱਖ ਮੰਤਰੀ ਕਹਿ ਰਹੇ ਨੇ ਕਿ ਸਾਨੂੰ ਲੋੜ ਨਹੀਂ ਸੀ ਪਰਮਿਸ਼ਨ ਦੀ ਤੁਹਾਡੀ, ਔਰ ਉਹ ਕਹਿ ਰਿਹਾ ਕਿ ਤੁਸੀਂ ਪਰਮਿਸ਼ਨ ਤੋਂ ਬਿਨਾਂ ਜੋ ਕੀਤਾ ਗੈਰ ਕਾਨੂੰਨੀ ਆ। ਇਹਨੂੰ ਕਿੱਦਾਂ ਤੁਹਾਡੇ ਲਫ਼ਜ਼ਾਂ 'ਚ ਕਿਵੇਂ ਸਮਝੀਏ? ਕਿਉਂਕਿ 4 ਬਿੱਲ ਮਹੱਤਵਪੂਰਨ ਨੇ। ਇੱਕ ਬਿੱਲ ਤਾਂ ਸਿੱਖ ਗੁਰਦੁਆਰਾ ਐਕਟ ਸੋਧ ਬਿੱਲ ਆ, ਦੂਜਾ ਬਿੱਲ ਡੀਜੀਪੀ ਦੀ ਨਿਯੁਕਤੀ ਨਾਲ ਜੁੜਿਆ ਹੋਇਆ, ਤੇ ਤੀਜਾ ਬਿੱਲ ਗਵਰਨਰ ਨੂੰ ਬਤੌਰ ਚਾਂਸਲਰ ਲਾਇਆ ਜਾ ਰਿਹਾ ਯੂਨੀਵਰਸਿਟੀ ਦੇ ਚਾਂਸਲਰ ਵਜੋਂ, ਉੱਥੇ ਮੁੱਖ ਮੰਤਰੀ ਦੀ ਨਿਯੁਕਤੀ ਹੋ ਜਾਣੀ ਆਟੋਮੈਟਿਕਲੀ। ਸੋ ਮੈਨੂੰ ਦੱਸਿਓ ਜ਼ਰਾ, ਇਹਦਾ ਮਤਲਬ ਇਹਦਾ ਹੱਲ ਕੋਈ ਨਹੀਂ, ਹੁਣ ਇਹ ਫਸਿਆ ਰਹੂਗਾ ਮਾਮਲਾ ਜਿੰਨਾ ਚਿਰ ਕੋਈ ਅਦਾਲਤ ਇਹਦੇ 'ਚ ਦਖਲ ਨਹੀਂ ਦਿੰਦੀ। ਇਹ ਸਰਕਾਰ ਨਾ ਤਜਰਬੇਕਾਰ ਜਿਹੜੇ ਲੀਡਰ ਸੀ ਉਹਨਾਂ ਦੀ ਸੀ, ਸ਼ੁਰੂ ਦੇ ਵਿੱਚ ਨਵੇਂ ਲੋਕ ਸੀਗੇ, ਤੇ ਸ਼ੁਰੂ ਦੇ ਵਿੱਚ ਟੈਕਨੀਕਲ ਲੈਵਲ ਤੇ ਫੈਸਲੇ ਲੈਣ ਲੱਗਿਆ ਇਸ ਸਰਕਾਰ ਤੋਂ ਕੁਝ ਗਲਤੀਆਂ ਹੋਈਆਂ ਜੀ। ਉਹਦੇ ਵਿੱਚ ਗਵਰਨਰ ਸਾਹਿਬ ਦਾ ਜਿਹੜੇ ਹਿੰਮਤ ਸੀ ਨਾ ਵੱਧ ਗਈ ਇਹਨਾਂ ਨੂੰ ਕੁਐਸਚਨ ਕਰਨ ਦੀ। ਮੇਰੇ ਖਿਆਲ ਸ਼ੁਰੂ ਦੇ ਵਿੱਚ ਬਿਊਰੋਕਰੈਟਸ ਨੇ ਇਹਨਾਂ ਨੂੰ ਜਾਂ ਤਾਂ ਕੋਆਪਰੇਟ ਨਹੀਂ ਪ੍ਰਾਪਰ ਕੀਤਾ ਜਾਂ ਠੀਕ ਐਡਵਾਈਸ ਨਹੀਂ ਦਿੱਤੀ। ਉੱਥੇ ਗਲਤੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜਦੋਂ ਗਲਤੀਆਂ ਹੋਣੀਆਂ ਸ਼ੁਰੂ ਹੋ ਗਿਆ ਉਹਦਾ ਫਾਇਦਾ ਗਵਰਨਰ ਸਾਹਿਬ ਨੇ ਉਠਾਇਆ। ਨਾਨ ਬੀਜੇਪੀ ਸਟੇਟ ਹੈ ਤੇ ਨਾਨ ਬੀਜੇਪੀ ਸਟੇਟਸ ਦੇ ਵਿੱਚ ਗਵਰਨਰ ਤਾਂ ਵੇਟ ਕਰਦੇ ਹੁੰਦੇ ਕੋਈ ਛੋਟੀ ਜਿਹੀ ਗੱਲ ਵੀ ਉਹਨਾਂ ਦੇ ਹੱਥ ਲੱਗੇ ਤੇ ਉਹ ਕਾਊਂਟਰ ਅਟੈਕ ਸ਼ੁਰੂ ਕਰ ਦੇਣ। ਸੋ ਗਵਰਨਰ ਸਾਹਿਬ ਨੇ ਆਪਣਾ ਕੰਮ ਸ਼ੁਰੂ ਕਰਤਾ ਇਹਨਾਂ ਨੂੰ ਐਮਬੈਰਸ ਕਰਨ ਦਾ। ਜੀ, ਇਸ਼ੂ ਅੱਜ ਦਾ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਸੈਸ਼ਨ ਇਲੀਗਲ ਸੀ ਤੇ ਇਸ ਕਰਕੇ ਇਹ ਬਿੱਲ ਪਾਸ ਨਹੀਂ ਕੀਤੇ ਜਾ ਸਕਦੇ। ਤੇ ਵਾਪਸ ਭਗਵੰਤ ਮਾਨ ਚੀਫ ਮਿਨਿਸਟਰ ਹੋਰਾਂ ਨੇ ਅੱਜ ਜਵਾਬ ਦੇ ਦਿੱਤਾ ਬਈ ਇਹ ਬਿੱਲ ਤਾਂ ਅਸੀਂ ਪਾਸ ਕਰਵਾ ਕੇ ਦਿਖਾਵਾਂਗੇ। ਗੱਲ ਇੱਥੇ ਫਸੀ ਹੋਈ ਹੈ। ਇਸ਼ੂ ਇਹ ਪ੍ਰੈਸਿਪਿਟੇਟ ਕਿਸ ਲੈਵਲ ਤੇ ਹੋਏਗਾ ਜਾ ਕੇ ਟੈਕਨੀਕਲੀ, ਜਾਂ ਤਾਂ ਗਵਰਨਰ ਸਾਹਿਬ ਇਹ ਚਾਰੇ ਬਿੱਲ ਰਿਜੈਕਟ ਕਰਕੇ ਸਰਕਾਰ ਕੋਲ ਵਾਪਸ ਭੇਜ ਦੇਣ। ਜਦ ਤੱਕ ਇਹ ਬਿੱਲ ਸਰਕਾਰ ਕੋਲ ਵਾਪਸ ਨਹੀਂ ਆਉਂਦੇ ਨਾਲ ਲਿਖ ਕੇ ਭੇਜ ਦੇਣ। ਵੱਖਰਾ ਇਹ ਨਹੀਂ ਕਿ ਮੈਂ ਅਪਰੂਵਲ ਲਈ ਹੈ, ਤੂੰ ਟੈਕਨੀਕਲੀ ਜਿਹੜੀ ਲੈਟਰ ਹੈ ਕਿ ਲਿਖ ਦਿਓ ਕਿ ਯੂਰ ਸੈਸ਼ਨ ਵਾਜ਼ ਇਲੀਗਲ, ਸਿੰਪਲ ਸਿੰਗਲ ਲਾਈਨ, ਤੇ ਨਾਲ ਬਿੱਲ ਵਾਪਸ ਕਰ ਦਿਓ ਕਿ ਇਸ ਕਰਕੇ ਅਸੀਂ ਤੁਹਾਡੇ ਬਿੱਲ ਰਿਜੈਕਟ ਕਰਤੇ ਵਾਪਸ ਆ ਗਏ। ਉਸ ਤੋਂ ਬਾਅਦ ਫਿਰ ਅਗਲਾ ਪ੍ਰੋਸੈਸ ਸ਼ੁਰੂ ਹੁੰਦਾ ਹੈ। ਹਾਲੇ ਤੱਕ ਗਵਰਨਰ ਸਾਹਿਬ ਨੇ ਬਿੱਲ ਵਾਪਸ ਤਾਂ ਭੇਜੇ ਨਹੀਂ। ਇਹ ਕਹਿਣਾ ਕਿ ਇਹ ਓਪੀਨੀਅਨ ਆਉਤਾ ਕਿ ਤੁਹਾਡਾ ਸੈਸ਼ਨ ਸੀ ਜਿਹੜਾ ਇਲੀਗਲ ਹੈ, ਤੁਸੀਂ ਆਪਣੇ ਜੱਜਮੈਂਟ ਦਿਓ ਨਾ, ਜੱਜਮੈਂਟ ਦਿਓ। ਗੱਲ ਤਾਂ ਉੱਥੇ ਹੈ। ਗਵਰਨਰ ਸਾਹਿਬ ਆਪਣਾ ਫੈਸਲਾ ਸੁਣਾਉਣ ਲਿਖ ਕੇ ਕਿ ਆ ਤੁਹਾਡਾ ਸੈਸ਼ਨ ਇਲੀਗਲ ਸੀ, ਉਹ ਨਹੀਂ ਆਉਣ ਤੱਕ। ਜੇ ਉਸ ਤੋਂ ਬਾਅਦ ਨੈਕਸਟ ਸਟੈਪ ਕੀ ਪੋਸੀਬਿਲਿਟੀ ਦੋ ਹੀ ਹੈਗੀਆਂ। ਇੱਕ ਤਾਂ ਸਾਰੀ ਕੈਬਨਿਟ ਜਾ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਿਲੇ, ਇਹ ਉੱਥੇ ਆਪਣਾ ਪ੍ਰੋਟੈਸਟ ਲਾਜ ਕਰਨ ਤੇ ਭਾਵੇਂ ਦਿੱਲੀ 'ਚ ਧਰਨਾ ਦੇਣ। ਦੂਸਰਾ, ਕਿਉਂਕਿ ਜੇ ਸੈਸ਼ਨ ਹੀ ਇਲੀਗਲ ਡਿਕਲੇਅਰ ਹੋ ਜਾਂਦਾ ਹੈ ਫਿਰ ਇਹ ਇਸ਼ੂ ਸੰਵਿਧਾਨਿਕ ਹੈ। ਜਿਹੜੇ ਸੰਵਿਧਾਨਿਕ ਮਸਲੇ ਹੁੰਦੇ ਆ ਉਹਨਾਂ ਦਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹੋਇਆ ਕਰਦਾ। ਪਰ ਕੀ ਇਹ ਰੋਜ਼-ਰੋਜ਼ ਇਹ ਸਮੱਸਿਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੀ ਚੱਲਦੀ ਰਹੇਗੀ? ਵੀਰ ਜੀ ਨੇ ਗੱਲ ਕੀਤੀ ਪਬਲਿਕ ਵੈਲਫੇਅਰ ਦੀ, ਇਹ ਬਿਲਕੁਲ ਠੀਕ ਹੈ। ਇਹਦੇ ਸਫਰ ਕੌਣ ਕਰ ਰਿਹਾ? ਸਾਰੀ ਗੱਲ ਦੇ ਵਿੱਚ ਲੋਕ ਕਰਦੇ ਆ। ਕੀ ਇਹ ਟਸਲ ਗਵਰਨਰ ਸਾਹਿਬ ਵੀ ਜਵਾਬ ਦੇਣ ਇਸ ਗੱਲ ਦਾ ਕਿ ਲੋਕਾਂ ਦੇ ਭਲੇ ਦੇ ਵਿੱਚ ਹੈ? ਜੇ ਤਾਂ ਜਿਹੜਾ ਉਹਨਾਂ ਦੇ ਜਿੰਨੇ ਆਬਜੈਕਸ਼ਨ ਹੈ, ਜੇ ਤਾਂ ਪਬਲਿਕ ਵੈਲਫੇਅਰ ਨਾਲ ਕੰਸਰਨਡ ਹੋਣ ਵੀ ਜਿਹੜਾ ਸਰਕਾਰ ਨੇ ਕੰਮ ਕੀਤਾ ਹੈ ਇਹ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਹੈ, ਫਿਰ ਤਾਂ ਉਹਨਾਂ ਦਾ ਲੌਜਿਕ ਸਮਝ ਆਉਂਦਾ ਹੈ। ਜੇ ਇਹ ਐਕਸ਼ਨ ਲੋਕਾਂ ਦੇ ਹਿੱਤ ਦੇ ਵਿੱਚ ਹੈਗੇ ਹੈ ਫਿਰ ਗਵਰਨਰ ਸਾਹਿਬ ਇਹਦੇ ਖਿਲਾਫ ਕਿਉਂ ਹੋ ਰਹੇ ਆ ਵਾਰ-ਵਾਰ? ਇਹ ਜਵਾਬ ਤਾਂ ਉਹਨਾਂ ਨੂੰ ਦੇਣਾ ਚਾਹੀਦਾ ਲਗਾਤਾਰ। ਹੁਣ ਵੈਸੇ ਜਦੋਂ ਕੁਛ ਮਹੀਨਿਆਂ ਹਫ਼ਤੇ ਪਹਿਲਾਂ ਇਹ ਹਾਈਪਰ ਐਕਟਿਵ ਸੀ, 2-3 ਵਾਰੀ ਬਾਰਡਰ ਤੇ ਵੀ ਜਾਏ, ਕਹਿੰਦੇ ਵੀ ਡਰੋਨ ਉੱਥੋਂ ਆ ਰਹੇ ਹੈ ਤੇ ਲਾਅ ਐਂਡ ਆਰਡਰ ਦੇਖਣਗੇ। ਹੁਣ ਜਦੋਂ ਹੜ੍ਹ ਆਏ ਹੈ ਤੇ ਗਵਰਨਰ ਸਾਹਿਬ ਤਾਂ ਰਾਜ ਭਵਨ ਚੋਂ ਬਾਹਰ ਹੀ ਨਹੀਂ ਨਿਕਲੇ। ਜਦੋਂ ਲੋਕਾਂ ਨੂੰ ਲੋੜ ਸੀਗੀ, ਸਾਰਾ ਉਹਨਾਂ ਨੂੰ ਸਪੋਰਟ ਸਿਸਟਮ ਚਾਹੀਦਾ ਹੈ, ਉਹ ਤਾਂ ਆਰਾਮ ਨਾਲ ਬੈਠੇ ਆ। ਜਾਂ ਤਾਂ ਲੋਕਾਂ ਦੇ ਵਿੱਚ ਜਾਂਦੇ, ਹੜ੍ਹ ਮਾਰ ਪੀੜਤ ਇਲਾਕਿਆਂ ਜਾਂਦੇ, ਲੋਕਾਂ ਨਾਲ ਮਿਲਦੇ ਗਿਲਦੇ, ਉੱਥੇ ਦੇਖਦੇ ਕਿ ਉਹਨਾਂ ਨੂੰ ਮਦਦ ਪਹੁੰਚ ਰਹੀ ਕਿ ਨਹੀਂ ਸਰਕਾਰੀ, ਫਿਰ ਤਾਂ ਕਿਹਾ ਜਾ ਸਕਦਾ ਸੀ ਕਿ ਗਵਰਨਰ ਸਾਹਿਬ ਲੋਕ ਹਿੱਤ ਦੇ ਵਿੱਚ ਕੰਮ ਕਰ ਰਹੇ ਆ। ਇਹ ਤਾਂ ਮੇਰੇ ਖਿਆਲ ਦੇ ਵਿੱਚ ਇਹ ਸਰਕਾਰ ਦੇ ਰਸਤੇ ਦੇ ਵਿੱਚ ਮੁਸ਼ਕਲਾਂ ਜ਼ਿਆਦਾ ਪੈਦਾ ਕਰ ਰਹੇ ਹੈ।
ਤੇ ਇਹ ਇਸ਼ੂ ਲੰਬਾ ਨਹੀਂ ਚੱਲਣਾ ਚਾਹੀਦਾ। ਇਹ ਭਗਵੰਤ ਮਾਨ ਹੋਰਾਂ ਨੂੰ ਚਾਹੀਦਾ ਜਾਂ ਤਾਂ ਇਸ਼ੂ ਪੋਲੀਟੀਕਲ ਲੈਵਲ ਤੇ ਟੇਕ ਅਪ ਕਰਨ, ਇੱਕ ਤਕੜੀ ਮੂਵਮੈਂਟ ਬਣਾਉਣ ਗਵਰਨਰ ਨੂੰ ਬੈਕਗਰਾਊਂਡ ਦੇ ਵਿੱਚ ਲੈ ਕੇ, ਤਾਂ ਗੱਲ ਅੱਗੇ ਉਤਰੇਗੀ। ਤੇ ਦੂਸਰੀ ਗੱਲ, ਇਹ ਫਿਰ ਜਦੋਂ ਇਹ ਕੈਟੇਗੋਰਿਕ ਜਵਾਬ ਦੇ ਜਾਣ ਗਵਰਨਰ ਸਾਹਿਬ ਬਈ ਤੁਹਾਡਾ ਬਿੱਲ ਮੈਂ ਵਾਪਸ ਭੇਜ ਤੇ ਸੰਭਾਲੋ ਆਪਣੇ ਬਿੱਲ, ਇਹ ਰਿਜੈਕਟਡ ਹੈ, ਤੇ ਫਿਰ ਅਗਲਾ ਰਸਤਾ ਸੁਪਰੀਮ ਕੋਰਟ ਹੈ। ਜੀ ਬਿਲਕੁਲ ਠੀਕ ਤੁਹਾਡੀ ਗੱਲ, ਲੇਕਿਨ ਤੁਸੀਂ ਸ਼ਾਇਦ ਥੋੜਾ ਜਿਹਾ ਭੁੱਲ ਗਏ। ਤੁਸੀਂ ਸਵਾਲ ਕੀਤਾ ਵੀ ਗਵਰਨਰ ਸਾਹਿਬ ਕਿਉਂ ਨਹੀਂ ਜਾ ਰਹੇ ਹੁਣ ਨਾ ਫੀਲਡ 'ਚ, ਕਿਉਂ ਨਹੀਂ ਜਾ ਰਹੇ। ਦਰਅਸਲ ਉਹਨਾਂ ਨੇ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਹਿਤਾ ਸੀ ਵੀ ਮੈਂ ਤੁਹਾਡਾ ਹੁਣ ਹੈਲੀਕਾਪਟਰ ਨਹੀਂ ਵਰਤਣਾ, ਇਸ ਕਰਕੇ ਥੋੜਾ ਜਿਹਾ ਔਖਾ ਜੀ ਸੜਕ ਰਸਤੇ ਜਾਣਾ। ਨਹੀਂ ਗੱਲ ਹੈਲੀਕਾਪਟਰ ਤੇ ਜਾਣ ਦੀ ਨਹੀਂ ਹੈ, ਹੈਲੀਕਾਪਟਰ ਤਾਂ ਕੋਈ ਵੀ ਨਹੀਂ ਗਿਆ। ਦੇਖ ਪੰਜਾਬ ਦਾ ਬੈਸਟ ਪਾਰਟ ਇਹ ਹੈ, ਹੜ੍ਹਾਂ ਦੇ ਮਾਮਲਿਆਂ ਦੇ ਵਿੱਚ ਅੱਗੇ ਤਾਂ ਚੱਕਰ ਹੈਲੀਕਾਪਟਰ ਤੇ ਲੱਗ ਜਾਂਦੇ ਸੀ, ਅਸੀਂ ਵੀ ਲਾਏ ਹੋਏ ਆ ਕਿਸੇ ਜ਼ਮਾਨੇ 'ਚ ਹੜ੍ਹ ਦੇਖਣ ਵਾਸਤੇ। ਉਹ ਇੰਡੀਅਨ ਫੋਰਸ ਦੇ ਹੈਲੀਕਾਪਟਰ ਤੇ ਉਹ ਸਾਨੂੰ ਉਹ ਲੈ ਕੇ ਜਾਂਦੇ ਸੀਗੇ, ਪੰਜਾਬ ਸਰਕਾਰ ਨੇ। ਸੋ ਇਹ 에ਅਰਫੋਰਸ ਦਾ ਹੈਲੀਕਾਪਟਰ ਵੀ ਵਰਤਿਆ ਜਾ ਸਕਦਾ, ਵੈਸੇ ਕੋਈ ਐਸੀ ਗੱਲ ਨਹੀਂ। ਸੋ ਜਾ ਸਕਦੇ ਸੀਗੇ, ਲੇਕਿਨ ਇਹ ਜੇ ਬਾਈ ਰੋਡ ਜਾਂਦੇ ਨਾ ਫਿਰ ਤਾਂ ਗੱਲ ਬਣਦੀ, ਜਾ ਕੇ ਲੋਕਾਂ 'ਚ ਬੈਠਦੇ ਤੇ ਦੇਖਦੇ ਲੋਕਾਂ ਦਾ ਹਾਲ ਚਾਲ ਕੀ ਹੈ। ਜਿੱਥੇ ਪਾਣੀ ਪਹੁੰਚਿਆ ਲੋਕਾਂ ਨੇ ਪਿੰਡਾਂ 'ਚ ਮਾਰ ਕੀਤੀ ਵੀ ਹੈ, ਕਿਸ਼ਤੀ 'ਚ ਬਹਿ ਕੇ ਚਲੇ ਜਾਂਦੇ ਜੇ ਹਾਲਤ ਹੀ ਦੇਖਣੀ ਹੈ। ਸੋ ਇਹ ਹੈਲੀਕਾਪਟਰ ਤੇ ਜਾ ਕੇ ਸਿਰਫ ਉੱਪਰੋਂ ਦੇਖਿਆ ਜਾ ਸਕਦਾ ਹੁੰਦਾ, ਥੱਲੇ ਲੋਕਾਂ ਦੀ ਹਾਲਤ ਕੀ ਹੈ ਉਹ ਨਹੀਂ ਪਤਾ ਲੱਗਦਾ ਹੁੰਦਾ। ਮੇਰਾ ਆਪਣਾ ਤਜਰਬਾ ਇਸ ਗੱਲ ਦਾ। ਸਰਦਾਰ ਹਮੀਰ ਸਿੰਘ ਜੀ, ਬਹੁਤ ਸੰਖੇਪ ਦੇ ਵਿੱਚ ਇੱਕ ਟਿੱਪਣੀ ਦਿਓ, ਆਪਾਂ ਅਗਲੇ ਮੁੱਦੇ ਤੇ ਜਾਣਾ ਬਹੁਤ ਅਹਿਮ ਆ। ਮੈਨੂੰ ਇੰਝ ਲੱਗਦਾ ਕਿ ਜਿਹੜੀ ਇਹ ਲੜਾਈ ਹੈ, ਇਹ ਲੜਾਈ ਬਹੁਤ ਦੇਰ ਤੱਕ ਅੱਗੇ ਵੱਧ ਨਹੀਂ ਸਕਣੀ। ਵੈਸੇ ਇਸ ਮਾਮਲੇ ਦੇ ਵਿੱਚ ਪਿੱਛੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਾਂ ਹੋਰਾਂ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਵਿਸ਼ੇਸ਼ ਸੈਸ਼ਨ ਬੁਲਾ ਕੇ ਐਮਐਲਏਜ਼ ਦਾ ਹੱਕ ਮਾਰ ਲੈਂਦੇ ਹੋ, ਪ੍ਰਸ਼ਨਾਰ ਨਹੀਂ ਹੁੰਦੇ, ਹੋਰ ਬਹੁਤ ਸਾਰੇ ਮੌਕੇ ਜਿਹੜੇ ਆਮ ਜਿਹੜੇ ਇਜਲਾਸ ਹੁੰਦੇ ਆ ਜਿਹੜੇ ਉਹਨਾਂ 'ਚ ਆਉਣੇ ਹੁੰਦੇ ਆ, ਜਿੱਥੇ ਆਮ ਐਮਐਲਏ ਨੂੰ ਲੋਕਾਂ ਦੀਆਂ ਮੁਸ਼ਕਲਾਂ ਰੱਖਣ ਦਾ ਮੌਕਾ ਮਿਲਣਾ ਹੁੰਦਾ, ਮੰਤਰੀਆਂ ਨੇ ਜਵਾਬ ਦੇਣੇ ਹੁੰਦੇ ਆ, ਅਫਸਰਸ਼ਾਹੀ ਜਵਾਬਦੇਹੀ ਬਣਾਈ ਜਾ ਸਕਦੀ ਆ, ਤੁਸੀਂ ਉਹ ਮੌਕੇ ਗਵਾ ਰਹੇ ਹੋ ਇਹਨਾਂ ਟਸਲਸ ਦੇ ਵਿੱਚ। ਸਵਾਲ ਇੰਨਾ ਹੈ ਕਿ ਮੁੱਖ ਮੰਤਰੀ ਇਸ ਮੌਕੇ ਤੇ ਜੇਕਰ ਇਹ ਚਾਰੇ ਬਿੱਲ ਫਸ ਵੀ ਜਾਂਦੇ ਆ ਜਿਨ੍ਹਾਂ ਨੂੰ ਕੋਈ ਬਹੁਤ ਮਹੱਤਵਪੂਰਨ ਨਹੀਂ ਮੰਨਿਆ ਜਾ ਰਿਹਾ ਵੀ ਸਟੇਟ ਦਾ ਕੋਈ ਕੰਮ ਰੁਕ ਗਿਆ, ਇੱਕ ਅੱਧ ਬਿੱਲ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਬਿੱਲ ਤਾਂ ਸਰਕਾਰ ਦੀ ਆਪਣੀ ਪੋਲੀਟੀਕਲ ਅਪਰੋਚ ਨਾਲ ਹੀ ਜੁੜੇ ਹੋਏ ਸੀ ਨਾ, ਭਾਵੇਂ ਉਹ ਚਾਂਸਲਰ ਦਾ ਮਾਮਲਾ ਹੋਵੇ, ਭਾਵੇਂ ਡੀਜੀਪੀ ਵਾਲਾ ਮਾਮਲਾ ਹੋਵੇ, ਕਿਉਂਕਿ ਸਿਸਟਮ ਅਵੇਲੇਬਲ ਆਲਰੇਡੀ ਹੈਗਾ ਕਿ ਯੂਪੀਐਸਸੀ ਥਰੂ ਅੱਗੇ ਵੀ ਲੱਗਦੇ ਰਹੇ। ਤੇ ਤੀਜਾ ਮਾਮਲਾ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਬਾਣੀ ਪ੍ਰਸਾਰਣ ਦਾ ਮਾਮਲਾ ਸੀ, ਉਹਦੇ 'ਚ ਤਾਂ ਜਸਟ ਇੱਕ ਸੋਧ ਹੀ ਸੀ। ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਾਵਧਾਨ ਤੇ ਹੈ ਨਹੀਂ ਕਿ ਤੁਸੀਂ ਸੋਧ ਕਰਤੀ, ਉਹ ਕਾਨੂੰਨ ਬਣ ਗਿਆ ਤੇ ਉਹਨਾਂ ਲਈ ਮੰਨਣਾ ਇੱਕ ਪਾਬੰਦੀ ਹੋ ਜਾਊਗਾ। ਉਹ ਤਾਂ ਫਿਰ ਵੀ ਉਹਨਾਂ ਦੀ ਮਰਜ਼ੀ ਹੈ ਨਾ, ਕਿ ਉਹ ਇਹ ਤਾਂ ਉਹਨਾਂ ਦੀ ਡੇ ਬਾਈ ਡੇ ਦੀ ਵਰਕਿੰਗ ਹੈ, ਮੰਨਣ ਜਾਂ ਨਾ ਮੰਨਣ। ਸੋ ਇਹਦਾ ਮਤਲਬ ਹੈ ਕਿ ਟੋਟਲ ਪੋਲਿਟਿਕਸ ਹੈ ਸਿਰਫ ਸੰਖੇਪ ਦੇ ਵਿੱਚ। ਨਹੀਂ, ਅਸਲ 'ਚ ਸਰਕਾਰ ਦਾ ਸਭ ਤੋਂ ਤਰਜੀਹੀ ਏਜੰਡੇ ਨੇ, ਤਾਂ ਉਹਨਾਂ ਨੇ ਸਭ ਤੋਂ ਮੂਹਰੇ ਰੱਖੇ ਨੇ ਨਾ ਕਿ ਕਰਨੇ ਨੇ। ਔਰ ਜਦੋਂ ਗਵਰਨਰ ਨਾਲ ਟਸਲ ਹੈ ਤੇ ਜਿਵੇਂ ਕਈ ਸਟੇਟਾਂ ਨੇ ਇਹ ਬਿੱਲ ਪਾਸ ਕੀਤੇ ਕਿ ਚੀਫ ਮਿਨਿਸਟਰ ਨੂੰ ਲੱਗਦਾ ਕਿ ਯੂਨੀਵਰਸਿਟੀਆਂ ਦਾ ਕੰਮ ਹੀ ਨਹੀਂ ਚੱਲਦਾ ਜੀ, ਅਪੁਆਇੰਟ ਬੰਦੇ ਗਲਤ ਕਰਾ ਦੇਣਗੇ ਤਾਂ ਆਪਾਂ ਹੀ ਚਾਂਸਲਰ ਬਣ ਜਾਂਦੇ ਆ, ਤੇ ਉਹ ਚਾਂਸਲਰ ਬਣਨ ਦੇ ਰਾਹ ਤੁਰ ਪਏ। ਫਿਰ ਜੇ ਚੀਫ ਮਿਨਿਸਟਰ ਦੀ ਗੱਲ ਹੀ ਰੁਕ ਜਾਂਦੀ ਹੈ ਵੀ ਉਹ ਜਿਹੜੀ ਉਹਨਾਂ ਦੀ ਖਾਹਿਸ਼ ਹੈ ਕਿ ਡਾਇਰੈਕਟ ਬਣ ਜਾਂਦੇ ਆ, ਤਾਂ ਇਦੋਂ ਵੱਡਾ ਹੋਰ ਕਿਹੜਾ ਗੱਲ ਹੋਊ। ਆਪਾਂ ਯੂਨੀਵਰਸਿਟੀਆਂ ਚੰਗੀਆਂ ਚਲਾਉਣੀਆਂ ਨੇ, ਖਾਹਿਸ਼ ਜੇ ਚੰਗੀ ਹੈ ਤਾਂ ਫਿਰ ਰਸਤੇ 'ਚ ਰੁਕਾਵਟ ਤਾਂ ਹੋਈ ਹੈ। ਜੇ ਸੈਸ਼ਨ ਹੀ ਲੰਘ ਗਏ ਤਾਂ ਯੂਨੀਵਰਸਿਟੀ 'ਚ ਕਰਨਾ ਕੀ ਹੈ ਫਿਰ ਹੋਰ ਜਾ ਕੇ, ਜੇ ਤੁਸੀਂ ਕਰਨਾ। ਔਰ ਫਿਰ ਤੁਸੀਂ ਕਹਿੰਦੇ ਹੋ ਡੀਜੀਪੀ ਆਪਣੀ ਮਰਜ਼ੀ ਦਾ ਅਸੀਂ ਲਾਉਣਾ ਤੇ ਆਪਣੇ ਤਰੀਕੇ ਨਾਲ ਇਹ ਕਰਾਂਗੇ, ਉਹ ਸਾਰੇ ਮਾਮਲੇ ਤਾਂ ਇਹ ਹੈਗੇ ਹੀ ਨੇ। ਫਿਰ ਤੁਹਾਡੀ ਇੱਕ ਵੱਡੀ ਖਾਸ ਸੀ ਵੀ ਸਭ ਕੋਲ ਫ੍ਰੀ ਤੇ ਫਿਰ ਗੁਰਬਾਣੀ ਪਹੁੰਚਣੀ ਚਾਹੀਦੀ ਹੈ ਜੀ, ਤੁਸੀਂ ਸਾਰਿਆਂ 'ਚ ਫੇਲ ਹੋ ਗਏ। ਜੇ ਸਾਰੇ ਮੁੱਦਿਆਂ 'ਚ ਫੇਲ ਹੋ ਗਏ, ਡਿਸਾਈਸਿਵ ਨਹੀਂ ਹੋ, ਤਾਂ ਤੁਹਾਡੀ ਰਿਟ ਖਤਮ ਹੋ ਜਾਂਦੀ ਹੈ, ਜਿਹਨੂੰ ਕਹਿੰਦੇ ਨੇ ਨਾ ਇਕਬਾਲ ਨਾਲ ਗਵਰਨਮੈਂਟ ਚੱਲਦੀ ਹੈ। ਜਦੋਂ ਇਕਬਾਲ ਨਾ ਰਹੇ, ਇਕਬਾਲ ਦਾ ਮਤਲਬ ਹੈ ਕਿ ਰਾਜੇ ਦਾ ਹੁਕਮ ਨਾ ਚੱਲੇ, ਹੁਕਮ ਲਟਕਦਾ ਰਹੇ ਹਵਾ ਦੇ ਵਿੱਚ, ਉਹ ਬੁਲੰਦ ਇਕਬਾਲ ਤੋਂ ਬਿਨਾਂ ਕੁਰਸੀ ਕੰਮ ਨਹੀਂ ਕਰਦੀ, ਫਿਰ ਉਹ ਢਿੱਲੀ ਹੋ ਜਾਂਦੀ ਹੈ। ਬੜੀਆਂ ਚੀਜ਼ਾਂ ਇਹਦੇ 'ਚ ਹੋ ਸਕਦੀਆਂ ਨੇ। ਸਰਦਾਰ ਜਗਤਾਰ ਸਿੰਘ ਜੀ, ਜਿਹੜੀ ਚਿੱਠੀ ਆਨੰਦ ਮੈਰਿਜ ਐਕਟ ਦੇ ਮਾਮਲੇ 'ਚ ਵਿਚਾਰ ਕਰਨ ਲਈ ਸਾਧਾ ਸੰਤਾਂ ਦੇ ਨਾਂ ਬਣਾਈ ਗਈ ਹੈ, ਜਿਹਦੇ 'ਚ ਸੂਚੀ ਬੜੀ ਅਹਿਮ ਆ। ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਇਹ ਤਾਂ ਉਹਨਾਂ ਦੇ ਆਪਣੇ ਬੰਦੇ ਆ, ਰਾਜ ਸਭਾ ਦੇ ਨੇ। ਦੂਜਾ ਉਹਨਾਂ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਬਾਬਾ ਬਲਬੀਰ ਸਿੰਘ ਬੁੱਢਾ ਦਲ। ਚੌਥੇ ਨੰਬਰ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਸਰਬਜੋਤ ਸਿੰਘ ਬੇਦੀ 5ਵੇਂ ਨੰਬਰ ਤੇ ਰੱਖਿਆ। ਐਮ ਦਰਸ਼ਨ ਐਸ ਸ਼ਾਸਤਰੀ, ਉਸ ਤੋਂ ਬਾਅਦ ਮਨਜੀਤ ਨਿੱਜਰ ਪ੍ਰੋਫੈਸਰ ਲਾ, ਔਰ ਇਹਦੇ ਨਾਲ ਹੀ ਪ੍ਰੋਫੈਸਰ ਸੁਖਦਿਆਲ ਸਿੰਘ ਜਿਹੜੇ ਕਿ ਹਿਸਟੋਰੀਅਨ ਨੇ। ਇਹਨਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਅੱਜ ਵੱਲੋਂ ਇੱਕ ਮੀਟਿੰਗ ਸੱਦੀ ਸੀ। ਅਜੇ ਤੱਕ
ਇਸ ਮੀਟਿੰਗ ਬਾਰੇ ਸਾਫ਼ ਨਹੀਂ ਹੋ ਸਕਿਆ ਕਿ ਹੋ ਸਕੀ ਹੈ ਕਿ ਨਹੀਂ ਹੋ ਸਕੀ। ਲੇਕਿਨ ਇਹਦੇ ਬਾਰੇ ਅਕਾਲੀ ਦਲ ਬਹੁਤ ਪ੍ਰੋਐਕਟਿਵ ਆ। ਆਨੰਦ ਮੈਰਿਜ ਐਕਟ ਨੂੰ ਵਿਚਾਰਨ ਲਈ, ਉਹਦੇ ਤੇ ਅੱਗੇ ਵਧਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਇਹ ਦੂਜੀ ਵਾਰੀ ਇੱਕ ਚਿੱਠੀ ਜਾਰੀ ਕਰ ਚੁੱਕੀ ਹੈ। ਪਹਿਲੀ ਮੀਟਿੰਗ ਹੋ ਨਹੀਂ ਸੀ ਸਕੀ ਔਰ ਦੂਜੀ ਅੱਜ 25 ਨੂੰ ਰੱਖੀ ਗਈ ਸੀ, ਜਿਹਦੇ ਬਾਰੇ ਅਜੇ ਕੁਝ ਛਣ ਕੇ ਬਾਹਰ ਨਹੀਂ ਆਇਆ। ਤੇ ਅਕਾਲੀ ਦਲ ਨੂੰ ਇੱਥੇ ਆਪੱਤੀ ਆ ਕਿ ਨਾ ਤੁਸੀਂ ਸ਼੍ਰੋਮਣੀ ਕਮੇਟੀ ਔਰ ਨਾ ਦਿੱਲੀ ਕਮੇਟੀ ਸਿੱਖਾਂ ਦੀਆਂ ਪ੍ਰਤੀਨਿਧ ਜਮਾਤਾਂ ਸੱਦੀਆਂ ਨੇ। ਸੋ ਗੱਲ ਤੋਰਿਓ ਜ਼ਰਾ, ਇਹ ਸਿਆਸਤ ਕਿੱਧਰ ਨੂੰ ਜਾ ਰਹੀ ਹੈ? ਸਿਧਾਂਤਕ ਤੌਰ ਤੇ ਕੋਈ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਸਿੱਖ ਧਰਮ ਦੇ ਕਸਟੋਡੀਅਨ ਅਕਾਲ ਤਖਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਹੋਰ ਕਿਸੇ ਸੰਸਥਾ ਨੂੰ ਇਹ ਹੱਕ ਨਹੀਂ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ। ਇਹ ਬੜੀ ਲੰਬੀ ਚੌੜੀ ਬੈਕਗਰਾਉਂਡ ਹੈ। ਇਹ ਸੰਸਥਾਵਾਂ ਦਾ ਬਹੁਤ ਇਤਿਹਾਸਕ ਰੋਲ ਹੈ। ਅਕਾਲ ਤਖਤ ਤਾਂ ਚਲੋ ਗੁਰੂ ਹਰਗੋਬਿੰਦ ਦੀ ਕ੍ਰੀਏਸ਼ਨ ਹੈ, ਦੇਣਾ ਉਹਨਾਂ ਦੀ। SGPC ਨੇ ਆਪਣਾ ਇਹ ਸਟੇਟਸ ਆਪਣੇ ਸੰਘਰਸ਼ਾਂ ਨਾਲ ਅਰਨ ਕੀਤਾ ਹੈ ਔਰ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਇਹਨਾਂ ਮਸਲਿਆਂ ਨੂੰ ਲੈ ਕੇ, ਤਾਂ SGPC ਦਾ ਇਹ ਸਟੇਟਸ ਬਣਿਆ ਹੈ। SGPC ਸਿਰਫ ਇੱਕ ਗੁਰਦੁਆਰਿਆਂ ਦੀ ਮੈਨੇਜਮੈਂਟ ਵਾਸਤੇ ਜਮਾਤ ਨਹੀਂ ਹੈ। ਜਿਹੜਾ ਐਕਟ ਹੈ ਉਹ ਸਿਰਫ ਜਿਹੜਾ ਇਹ ਮੈਨੇਜਮੈਂਟ ਹੈ ਗੁਰਦੁਆਰਿਆਂ ਦੇ ਉਹਦੇ ਨਾਲ ਤਾਲੁਕ ਰੱਖਦਾ ਹੈ। ਲੇਕਿਨ ਜਿਹੜਾ ਇਤਿਹਾਸਕ ਰੋਲ SGPC ਦਾ ਅਦਰਵਾਈਜ਼ ਹੈ, ਉਹ ਸਿੱਖ ਮਰਿਆਦਾ ਨੂੰ ਮੇਨਟੇਨ ਕਰਦਾ, ਸਿੱਖ ਧਰਮ ਨੂੰ ਅੱਗੇ ਤੋਰਨ ਦਾ ਹੈ। ਸਿਰਫ ਸਿੱਖ ਮਸਲਿਆਂ ਨੂੰ ਟੇਕ ਅਪ ਕਰਦਾ ਹੈ, ਸਿਆਸੀ ਲੈਵਲ ਤੇ ਵੀ, ਧਾਰਮਿਕ ਲੈਵਲ ਤੇ ਵੀ ਜੀ। ਸੋ ਇਹ ਕਸਟੋਡੀਅਨ ਉਹਨਾਂ ਮਾਮਲਿਆਂ ਦੇ SGPC ਹੈ। ਉਹਦੇ ਵਿੱਚ ਮੈਂ ਲਗਾਤਾਰ ਇਹ ਕਹਿਣਾ ਹੁੰਦਾ ਕਿ ਕਿਸੇ ਵੀ ਸਰਕਾਰ ਨੂੰ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਜਦੋਂ ਇਸ ਸਰਕਾਰ ਨੇ ਇਹ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਸੀ, ਮੈਂ ਉਦੋਂ ਵੀ ਇਹੀ ਗੱਲ ਕੀਤੀ ਸੀਗੀ ਕਿ ਸਰਕਾਰ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਔਰ ਸਰਕਾਰ ਇਹ ਡਾਇਰੈਕਟ ਨਹੀਂ ਕਰ ਸਕਦੀ ਕਿ ਦਰਬਾਰ ਸਾਹਿਬ ਤੋਂ ਜਿਹੜੇ ਗੁਰਬਾਣੀ ਹੈ ਉਹ ਕਿਵੇਂ ਟੈਲੀਕਾਸਟ ਹੋਣੀ ਹੈ। ਇਹ ਸਿੱਖ ਧਰਮ ਦਾ ਮਾਮਲਾ ਹੈ, ਉਹਨਾਂ ਨੇ ਆਪੇ ਕਰਨਾ ਹੈ। ਸਰਕਾਰ ਦਾ ਕੋਈ ਰੋਲ ਨਹੀਂ, ਭਾਵੇਂ ਐਕਟ ਹੈਗਾ। ਉਹੀ ਮੈਂ ਗੱਲ ਇੱਥੇ ਹੁਣ ਕਰਦਾ ਜਿਹੜੀ ਇਹਨਾਂ ਨੇ ਮੀਟਿੰਗ ਕਨਵੀਨ ਕੀਤੀ ਹੈ ਜੀ। ਇਹ ਗੱਲ ਮੈਂ ਜਿਹੜੀ ਲੈਟਰ ਪੜ੍ਹੀ ਹੈ, ਮੈਂ ਪਹਿਲਾਂ ਕਲੀਅਰ ਕਰਦਾ ਕਿ ਆਨੰਦ ਮੈਰਿਜ ਐਕਟ 1909 ਚ ਪਹਿਲਾਂ ਬਣਿਆ ਸੀਗਾ, ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੋਇਆ। ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਇੰਡੀਅਨ ਕਨਸਟੀਟਿਊਸ਼ਨ ਉਹਦੇ ਵਿੱਚ ਜਿਹੜੀ ਸਿੱਖ ਰਿਲੀਜੀਅਸ ਪੋਲੀਟੀਕਲ ਸਿਸਟਮ ਹੈ ਉਹ ਹਿੰਦੂ ਧਰਮ ਦੇ ਅੰਡਰ ਸਾਰਾ ਆ ਗਿਆ। ਸੈਕਸ਼ਨ 25(25)(b) ਦੇ ਵਿੱਚ ਉਹ ਸਿੱਖਾਂ ਨੂੰ ਹਿੰਦੂ ਟ੍ਰੀਟ ਕਰਨ ਲੱਗ ਪਏ ਤੇ ਜੋ ਉਹਨਾਂ ਦੇ ਰੂਲ ਸੀਗੇ ਇਨਹੈਰੀਟੈਂਸ ਬਾਕੀ ਸਾਰਾ ਉਹ ਸਿੱਖਾਂ ਤੇ ਅਪਲਾਈ ਹੋਣ ਲੱਗ ਪਏ। ਤੇ ਕਿਸੇ ਵੇਲੇ ਲਗਾਤਾਰ ਅਕਾਲੀ ਦਲ ਦੀ ਤੇ SGPC ਦੀ ਮੰਗ ਰਹੀ ਕਿ ਇਹ ਸਿੱਖ ਆਪਣੇ ਸੈਕਸ਼ਨ 25 ਦੀ ਅਮੈਂਡਮੈਂਟ ਕੀਤੀ ਜਾਵੇ। ਉਹ ਡਿਮਾਂਡ ਤਾਂ ਹੁਣ ਤੱਕ ਖੜੀ ਹੈ, ਮੁੜ ਕੇ ਅਕਾਲੀ ਦਲ ਨੇ ਟੇਕ ਅਪ ਕਰਨੀ ਹੀ ਬੰਦ ਕਰਤੀ, ਗੱਲ ਵੱਖਰੀ ਗੱਲ ਹੈਗੀ ਹੈ। ਸੋ ਇਹ ਐਕਟ ਅਲਟੀਮੇਟਲੀ ਸਾਡੇ ਤੋਂ ਪਹਿਲਾਂ ਪਾਕਿਸਤਾਨ ਦੀ ਸਰਕਾਰ ਨੇ ਆਨੰਦ ਮੈਰਿਜ ਐਕਟ ਅਡਾਪਟ ਕਰ ਲਿਆ ਸੀਗਾ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ 2012 ਦੇ ਵਿੱਚ ਆਨੰਦ ਮੈਰਿਜ ਐਕਟ ਪਾਸ ਕੀਤਾ ਸੀਗਾ। ਐਕਟ ਦੇ ਨਾਲ ਜਦੋਂ ਉਹਨੂੰ ਇੰਪਲੀਮੈਂਟ ਕਰਨਾ ਹੁੰਦਾ ਹੈ ਉਹ ਰੂਲਸ ਬਣਦੇ ਆ ਜੀ। ਰੂਲਸ ਸਟੇਟ ਗਵਰਨਮੈਂਟਸ ਬਣਾਉਂਦੀਆਂ ਜਿਨ੍ਹਾਂ ਨੇ ਐਕਟ ਇੰਪਲੀਮੈਂਟ ਕਰਨਾ ਹੁੰਦਾ ਹੈ। ਚੰਡੀਗੜ੍ਹ ਨੇ ਵੀ ਕੁਝ ਦੇਰ ਪਹਿਲਾਂ ਰੂਲ ਬਣਾਏ ਤੇ ਨੋਟੀਫਾਈ ਕੀਤੇ ਸੀਗੇ। ਪੰਜਾਬ ਸਰਕਾਰ ਨੇ 2016 ਦੇ ਵਿੱਚ ਰੂਲ ਬਣਾਏ ਸੀ। 12 ਚ ਐਕਟ ਪਾਸ ਹੁੰਦਾ ਹੈ, 4 ਸਾਲ ਇਹਨਾਂ ਦਾ ਰੂਲ ਨਹੀਂ ਬਣਿਆ। ਸਰਕਾਰਾਂ ਵੀ ਕਮਾਲ ਦਾ ਕੰਮ ਕਰਦੀਆਂ ਨਾ, ਇਹਨਾਂ ਦੀ ਐਫੀਸ਼ੀਐਂਸੀ ਬੜੀ ਹੈ ਜੀ। ਹੁਣ ਜਿਹੜੀ ਇਹ ਮੀਟਿੰਗ ਬੁਲਾਈ ਹੈ ਉਹਨਾਂ ਨੇ ਇਹਨਾਂ ਰੂਲਸ ਦੇ ਸੰਬੰਧੀ ਬੁਲਾਈ ਹੈ, ਐਕਟ ਦੇ ਬਾਰੇ ਨਹੀਂ ਹੈ। ਕਿਉਂ ਐਕਟ ਤਾਂ ਗਵਰਨਮੈਂਟ ਆਫ ਇੰਡੀਆ ਨੇ ਪਾਸ ਕੀਤਾ ਹੋਇਆ, ਇਹ ਰੂਲਸ ਨੂੰ ਰੈਸ਼ਨਲਾਈਜ਼ ਕਰਨਾ ਚਾਹੁੰਦੇ ਹੈ। ਜੇ ਉਹ ਕਹਿੰਦੇ ਵੀ ਸਿੰਪਲੀਫਾਈ ਕਰਨਾ ਇਹਨਾਂ ਨੂੰ ਰੂਲਸ ਨੂੰ, ਉਹ ਠੀਕ ਹੈ, ਇਹ ਸਰਕਾਰ ਕਰ ਸਕਦੀ ਹੈ, ਇਹਦੇ ਬਾਰੇ ਕੋਈ ਮਸਲਾ ਨਹੀਂ। ਤੇ ਟੈਕਨੀਕਲੀ ਇਹ ਸਿੱਖ ਧਰਮ ਦੇ ਵਿੱਚ ਇੰਟਰਵੀਨ ਕਰਦਾ ਮਸਲਾ ਨਹੀਂ ਗਾ। ਲੇਕਿਨ ਜਿਹੜੇ ਇਹਨਾਂ ਨੇ ਇਨਵੀਟੇਸ਼ਨ ਭੇਜੇ ਹੈ ਜਿਨ੍ਹਾਂ ਹਸਤੀਆਂ ਨੂੰ, ਉਹਨਾਂ ਦੇ ਸਿੱਖ ਨੈਰੇਟਿਵ ਦੇ ਵਿੱਚ ਤਾਂ ਕਦੇ ਕੋਈ ਰੋਲ ਰਿਹਾ ਹੀ ਨਹੀਂ। ਜਿਹੜੇ ਸਿੱਖਾਂ ਦੇ ਸਿਧਾਂਤਕ ਮਸਲੇ ਹੈ ਉਹਨਾਂ 'ਚ ਇਹਨਾਂ ਲੋਕਾਂ ਦਾ ਕੋਈ ਰੋਲ ਨਹੀਂ ਗਾ। ਤਾਂ ਮੈਂ ਕਹਿੰਦਾ ਕਿ ਸਰਕਾਰ ਨੂੰ ਇੰਟਰਵੀਨ ਨਹੀਂ ਕਰਨਾ ਚਾਹੀਦਾ। ਜੇ ਇਹਨਾਂ ਨੇ ਰੂਲਸ ਦੇ ਵਿੱਚ ਕੋਈ ਸਿੰਪਲੀਫਿਕੇਸ਼ਨ ਕਰਨੀ ਹੈ, ਰੈਸ਼ਨਲਾਈਜੇਸ਼ਨ ਕਰਨੀ ਹੈ, ਜਿਹੜੀ ਬਾਡੀ ਕੰਸਰਨਡ ਹੈਗੀ ਹੈ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨਾਲ ਗੱਲ ਕਰਨ, ਉਹਨਾਂ ਦੀ ਸਲਾਹ ਨਾਲ ਇਹ ਸਾਰਾ ਕੁਝ ਕੀਤਾ ਜਾਵੇ, ਕਿਉਂਕਿ ਇਹ ਕੰਮ ਬੇਸਿਕਲੀ ਉਧਰੋਂ ਆਉਣਾ ਚਾਹੀਦਾ ਸੀਗਾ ਕਿ ਇਹ ਸਿਸਟਮ ਅੱਗੇ ਕਿਵੇਂ ਇੰਪਲੀਮੈਂਟ ਕਰਨਾ ਹੈ, ਸਰਕਾਰਾਂ ਨੇ ਤਾਂ ਥੱਲੇ ਲਾਗੂ ਕਰਨਾ ਹੈ। ਸੋ ਜਿਹੜੇ ਇਹ ਹਸਤੀਆਂ ਇਹ ਪ੍ਰਮੋਟ ਕਰਨਾ ਚਾਹੁੰਦੇ ਆ ਸਿਆਸੀ ਲੈਵਲ ਤੇ ਅਕਾਲੀ ਦਲ ਦੇ ਖਿਲਾਫ, ਮੈਂ ਉਸ ਪਾਸੇ ਨੂੰ ਦੇਖਦਾ। ਇਹ ਗੱਲ ਸਿਰਫ ਰੂਲ ਨੂੰ ਪ੍ਰਮੋਟ ਕਰਨ ਦੀ ਨਹੀਂ ਗੀ, ਅਕਾਲੀ ਦਲ ਦੇ ਖਿਲਾਫ ਇੱਕ ਪੈਰਲਲ ਸੈਟਅਪ ਵੀ ਮੇਰੇ ਖਿਆਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਜਿਹੜੀਆਂ ਇਹ ਹਸਤੀਆਂ ਠੀਕ ਹੈ, ਇਹਨਾਂ ਦਾ ਆਪਣਾ ਮਾੜਾ ਮੋਟਾ ਰੋਲ ਹੈਗਾ, ਲੇਕਿਨ ਬਾਈ ਐਂਡ ਲਾਰਜ ਜਿਹੜਾ ਸਿੱਖ ਨੈਰੇਟਿਵ ਹੈ, ਸਿੱਖ ਡੋਮੇਨ ਹੈ, ਉਹਦੇ ਵਿੱਚ ਕੋਈ ਇਹਨਾਂ ਦਾ ਬਹੁਤਾ ਰੋਲ ਕਦੇ ਵੀ ਨਹੀਂ ਰਿਹਾ। ਸਰਦਾਰ ਹਰਮੀਤ ਸਿੰਘ ਜੀ, ਇਹ ਸਿਆਸਤ ਦਾ ਵਿਸ਼ਾ ਬਣ ਗਈ ਗੱਲ। ਆਨੰਦ ਮੈਰਿਜ ਐਕਟ ਦਾ ਜ਼ਿਕਰ, ਇਹਦੀ ਟੈਕਨੀਕਲਿਟੀਜ਼ ਤੋਂ ਦੇਖਿਆ ਜਾਵੇ ਤਾਂ ਇਹਦੇ ਵਿੱਚ ਤਾਂ ਉਹ ਲੋਕ ਜਿਹੜੇ ਸਾਲਾਂ ਬੱਧੀ ਕਾਨੂੰਨ ਨਾਲ ਜੁੜੇ ਹੋਏ ਆ, ਉਹਨਾਂ ਨੂੰ ਵੀ ਸੱਦਿਆ ਜਾਣਾ ਬੜਾ ਲਾਜ਼ਮ ਸੀਗਾ ਜਾਂ ਜ਼ਰੂਰੀ ਹੁੰਦਾ ਕਿ ਉਹਨਾਂ ਨਾਲ ਬੈਠ ਕੇ ਵਿਚਾਰ ਕੀਤੀ ਜਾਂਦੀ। ਹੋ ਸਕਦਾ ਗਵਰਨਮੈਂਟ ਸੋਚਦੀ ਹੋਵੇ ਕਿ ਉਹ ਤਾਂ ਸਾਡੇ ਕੋਲ ਕਾਨੂੰਨੀ ਮਸ਼ੀਰ ਤਾਂ ਬੈਠੇ ਹੀ ਆ ਔਰ ਅਸੀਂ ਇੰਨੀਆਂ ਸੈਲਰੀਜ਼ ਦੇ ਰਹੇ ਹਾਂ, ਕਾਨੂੰਨੀ ਨੁਕਤਾ ਨਿਗਾਹ ਤੋਂ ਤੇ ਉਹ ਵਿਚਾਰ ਹੀ ਲੈਣਗੇ। ਲੇਕਿਨ ਸਿੱਖ ਰੋਹ ਰੀਤਾਂ ਅਨੁਸਾਰ, ਸਿੱਖ ਮਰਿਆਦਾਵਾਂ ਅਨੁਸਾਰ ਜਿਹੜੇ ਇਹ ਵਿਅਕਤੀ ਜਿਹੜੇ ਬੁਲਾਏ ਗਏ ਸੀ ਉਹ ਜ਼ਿਆਦਾ ਅਹਿਮ ਹੋਣਗੇ। ਪਰ ਇਹਦੇ ਵਿੱਚ ਵੀ ਚੁਣਵੇਂ ਜਿਹੇ ਲੋਕ ਬੁਲਾਏ ਗਏ ਨੇ ਔਰ ਬਹੁਤ ਵੱਡਾ ਹਿੱਸਾ ਵਿਦਵਾਨਾਂ ਦਾ, ਬਹੁਤ ਵੱਡਾ ਹਿੱਸਾ ਸੰਤ ਬਾਬਿਆਂ ਦਾ, ਬਹੁਤ ਵੱਡਾ ਹਿੱਸਾ ਪ੍ਰਵਾਨਿਤ ਲੋਕਾਂ ਦਾ, ਬਹੁਤ ਵੱਡਾ ਹਿੱਸਾ ਬਾਹਰ ਰਹਿ ਜਾਂਦਾ। ਸੋ ਅਕਾਲੀ ਦਲ ਨੂੰ ਇਹ ਗੱਲ ਚੁੱਭਣੀ ਸੀਗੀ। ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਸਾਰੇ ਮਾਮਲੇ ਨੂੰ? ਇਹਦੇ ਚ ਅਸਲ ਦੇ ਵਿੱਚ ਫਾਇਦਾ ਤਾਂ ਇਹ ਹੈ ਕਿ ਜੇਕਰ ਇਹ ਐਡੀ ਉਹ ਸੌਖੀ ਗੱਲ ਹੁੰਦੀ, ਬਹੁਤ ਨਾਰਮਲ ਗੱਲ ਹੁੰਦੀ, ਤਾਂ 1909 ਤੋਂ ਐਡਾ ਲੰਮਾ ਮਾਰਚ ਤਾਂ ਇਹ ਨਹੀਂ ਸੀ ਕਰਨਾ ਪੈਣਾ। ਕਿ ਕੀ ਹੈ ਇਹਦੇ ਪਿੱਛੇ ਦੇ ਜਿਹੜੇ ਬਹੁਤ ਅਸਰਾਤ ਜਿਹੜੇ ਪੈਣੇ ਨੇ ਨਾ, ਅਸਰ ਜਿਹੜੇ ਪੈਂਦੇ ਨੇ ਸੋਸਾਇਟੀ ਦੇ, ਸੋਸਾਇਟੀ ਕਿਵੇਂ ਆਰਗੇਨਾਈਜ਼ ਹੋਣੀ ਹੈ, ਬਹੁਤ ਡੂੰਘੇ ਆਈਡੀਓਲੋਜੀਕਲ ਡਿਫਰੈਂਸਸ ਨੇ ਔਰ ਉਹ ਹੋਣੇ ਵੀ ਨੇ ਜਾਂ ਨਹੀਂ। ਇਸੇ ਕਰਕੇ ਸ਼ਾਇਦ ਗਵਰਨਮੈਂਟ ਆਫ ਇੰਡੀਆ ਨਹੀਂ ਪ੍ਰਵਾਨ ਕਰ ਰਹੀ ਸੀ, ਇਸੇ ਕਰਕੇ ਅਕਾਲੀ ਦਲ ਨੂੰ ਐਡੀ ਵੱਡੀ ਜਦੋਜਹਿਦ ਲੜਨੀ ਪਈ। ਧਾਰਾ 25 to 20 ਦਾ ਮਤਲਬ ਕੀ ਸੀਗਾ ਕਿ ਤੁਸੀਂ ਸਿੱਖ, ਬੋਧੀ, ਜੈਨੀ, ਹਿੰਦੂ ਮੈਰਿਜ ਐਕਟ ਦੇ ਪਾਰਟ ਕਿਵੇਂ ਬਣਾਤੇ ਨੇ, ਕਿ ਉਸੇ ਦਾ ਸੈਟਅਪ ਹੈ। ਐਡੀ ਵੱਡੀ ਲੰਬੀ ਲੜਾਈ ਤੋਂ ਬਾਅਦ ਵੀ ਇੱਕ ਆਇਡੈਂਟੀਟੀ ਦਾ ਕੁਐਸਚਨ ਹੈ, ਜਿਹੜਾ ਆਇਡੈਂਟੀਟੀ ਦਾ ਕੁਐਸਚਨ ਫਿਰ ਕੈਲੰਡਰ ਨਾਲ ਵੀ ਜੁੜਦਾ, ਕੈਲੰਡਰ ਵੀ ਫਿਰ ਮਿਕਸਡ ਹੋ ਜਾਂਦਾ, ਉਹ ਆਇਡੈਂਟੀਟੀ ਅਪਰੂਵ ਨਹੀਂ ਹੁੰਦੀ ਉਸ ਪੱਧਰ ਦੇ ਉੱਤੇ। ਸਿੱਖਾਂ 'ਚ ਵੀ ਉਸ ਲੈਵਲ ਦੀ ਸਹਿਮਤੀ ਨਹੀਂ ਹੁੰਦੀ, ਤਾਂ ਗਵਰਨਮੈਂਟਾਂ ਆਪੋ ਆਪਣੇ ਲੈਵਲ ਦੇ ਬੰਦੇ ਖੜੇ ਕਰਕੇ ਟਰਾਈ ਕਰਦੇ ਨੇ ਉਸ ਪੱਧਰ ਦੇ ਉੱਤੇ ਜੋ ਵੀ ਚੀਜ਼ਾਂ ਨੇ। ਇਹ ਵੀ ਇੱਕ ਜਿਹੜਾ ਅਲੱਗ ਮੈਰਿਜ ਐਕਟ ਦਾ ਕੁਐਸਚਨ ਹੈ ਔਰ ਉਹਦੇ ਟੋਟਲ ਰੂਲਸ ਬਣਨਾ, ਉਹਦਾ ਬਾਕੀ ਬਣਨਾ, ਇਹ ਇੱਕ ਅਲੱਗ ਹਸਤੀ ਦੀ ਰਿਕੋਗਨੀਸ਼ਨ ਹੈ, ਇੱਕ ਅਲੱਗ ਹਸਤੀ ਦੀ ਮਾਨਤਾ ਹੈ। ਮਤਲਬ ਇੱਕ ਟੋਟਲ ਭਾਈਚਾਰੇ ਨੂੰ, ਉਹੀ ਜੋ ਜਿਵੇਂ ਕੈਲੰਡਰ ਦੀ ਮਾਨਤਾ ਹੈ ਉਵੇਂ ਇਹਦੀ ਮਾਨਤਾ ਹੈ। ਸਾਰੀਆਂ ਚੀਜ਼ਾਂ ਜੁੜ ਕੇ ਜੋ ਸਮਾਜ ਦੇ ਵਿੱਚ ਪ੍ਰਚਲਿਤ ਨੇ ਉਹ ਬਣਦੀਆਂ ਨੇ। ਔਰ ਇਸੇ ਕਰਕੇ ਹੁਣ ਲਗਾਤਾਰ ਇਹ ਇੰਨਾ ਚਿਰ ਦਾ ਪੈਂਡਿੰਗ ਹੈ। ਫਿਰ ਦੁਬਾਰਾ ਥੋੜਾ ਬਹੁਤ ਗੱਲ ਹੋਈ ਵੀ ਚਲੋ ਇਹ ਤਾਂ ਕਰੀ ਦਿਓ ਜੀ, ਰੂਲ ਬਣਾ ਲਓ, 2009 ਦਾ ਹੀ ਐਕਟ ਰਹਿਣ ਦਿਓ, ਰੂਲ ਬਣਾ ਲਓ। 2020 ਚ ਰੂਲ 2016 ਚ ਬਣਾ ਲਏ, ਉਹਦੇ ਚ ਕਈ ਇਤਰਾਜ਼, ਬਹੁਤ ਸਾਰੇ ਇਤਰਾਜ਼, ਬਹੁਤ ਸਾਰੀਆਂ ਡਿਫਿਕਲਟੀਜ਼ ਨੇ। ਤਾਂ ਅਮੈਂਡਡ ਰੂਲਸ ਦਾ ਕੁਐਸਚਨ ਹੈ ਹੁਣ, ਉਹ ਉਹਨਾਂ ਚ ਸੋਧ ਦਾ ਸਵਾਲ ਹੈ ਕਿ ਇਹਨੂੰ ਕਿਵੇਂ, ਕਿਸ ਤਰੀਕੇ ਦੇ ਨਾਲ। ਇਹਦਾ ਮਤਲਬ ਪਹਿਲਾਂ ਵੀ ਬਣੇ, ਉਹ ਹਾਫ ਹਾਰਟਡਲੀ ਬਣੇ, ਉਹ ਨੁਮਾਇੰਦੇ ਨਹੀਂ ਸ਼ਾਮਲ ਹੋਣਗੇ ਜਿਹੜੇ ਜੈਨੂਅਨਲੀ ਇਹ ਸਾਰੀਆਂ ਸਮੱਸਿਆਵਾਂ ਬਾਰੇ ਜਾਣਦੇ ਵੀ ਹੋਣ ਤੇ ਬਾਕੀ ਦੀਆਂ ਚੀਜ਼ਾਂ ਵੀ ਹੋਣ। ਔਰ ਹੁਣ ਵੀ ਜੇਕਰ ਇਸ ਲੈਵਲ ਦੀ ਗੱਲ ਹੁੰਦੀ ਹੈ ਤਾਂ ਸ਼ਾਇਦ ਮਤਲਬ ਅੱਧਾ ਅਧੂਰਾ ਕੰਮ ਹੋਵੇ, ਜਿਹੜਾ ਕੋਈ ਤੁਹਾਨੂੰ ਚੰਗਾ ਲੱਗੇ ਉਹ ਕਰ ਲਓ, ਬਾਕੀ ਦੇ ਫਿਰ ਵਿਰੋਧੀ ਫਰੰਟ ਤੇ ਰਹਿਣਗੇ। ਜਦੋਂ ਇਹ ਪਤਾ ਹੀ ਹੈ ਇੱਕ ਗੱਲ ਕਿ ਇੱਕ ਰਿਲੀਜੀਅਸ ਮਾਮਲਾ ਹੈ, ਰਿਲੀਜੀਅਸ ਮਾਮਲੇ ਦੇ ਵਿੱਚ ਇੱਕ ਸੋਸ਼ਲ ਐਸਪੈਕਟ ਹੈ, ਖਾਸ ਤੌਰ ਤੇ ਅੱਜ ਦੇ ਦੌਰ ਦੇ ਵਿੱਚ ਜਦੋਂ ਭਗਵੰਤ ਮਾਨ ਇਹ ਕਹਿ ਚੁੱਕੇ ਨੇ ਕਿ ਯੂਨੀਵਰਸਲ ਸਿਵਲ ਕੋਡ ਜਿਹੜਾ ਹੈ ਉਹ ਨਹੀਂ ਹੈ ਠੀਕ ਵੱਖ-ਵੱਖ ਡਾਇਵਰਸਿਟੀ ਦੇ ਮੁਤਾਬਕ। ਤਾਂ ਕਿਉਂ ਠੀਕ ਨਹੀਂ ਹੈ? ਉਹ ਇਸੇ ਕਰਕੇ ਠੀਕ ਨਹੀਂ ਹੈ ਕਿ ਇਹਨਾਂ ਦੇ ਅਲੱਗ-ਅਲੱਗ ਸਿਵਲ ਕੋਡ ਹੈਗੇ ਨੇ, ਤਾਂ ਅਜੇ ਸਿੱਖ ਆਪਣਾ ਅਲੱਗ ਸਿਵਲ ਕੋਡ ਦੇ ਅਧੂਰੇ ਪੜ ਚ ਨੇ। ਇਹ ਮੈਰਿਜ ਐਕਟ ਉਸ ਅਲੱਗ ਸਿਵਲ ਕੋਡ ਦੇ ਫੇਵਰ ਚ ਖੜਾ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ। ਜੇ ਉੱਥੇ ਜਾ ਕੇ ਖੜਾ ਹੁੰਦਾ ਇਹ ਦੂਜੇ ਨਾਲੋਂ ਅਲੱਗ, ਇੱਕ ਤਾਂ ਇਹ ਗਵਰਨਮੈਂਟ ਆਫ ਇੰਡੀਆ ਦੀ ਮੂਵ ਦੇ ਖਿਲਾਫ ਇੱਕ ਉਹ ਫਰੰਟ ਬਣਦਾ ਜਿਹੜੇ ਫਰੰਟ ਆਲਰੇਡੀ ਉਹਦੇ ਯੂਸੀਸੀ ਦੇ ਖਿਲਾਫ ਨੇ, ਉਹਦੇ ਨਾਲ ਜੁੜ ਸਕਦਾ ਇਸ ਸਮੇਂ, ਇਸ ਮੌਕੇ ਤੇ ਜੋ ਇੱਕ ਮੂਵ ਚੱਲਦੀ ਹੈ। ਤਾਂ ਉਹ ਤਾਂ ਹੀ ਜੁੜੇਗਾ ਜੇ ਪਹਿਲਾਂ ਆਪਸ ਦੇ ਵਿੱਚ ਲੋਕਲ ਸਿਆਸਤ ਦੇ ਵਿੱਚ ਵੀ ਕੋਈ ਯੂਨਿਟੀ ਬਣੇਗੀ। ਯੂਨਿਟੀ ਤਾਂ ਬਣੂਗੀ ਜੇ ਸਾਰੀਆਂ ਰਿਪਰੈਜ਼ੈਂਟੇਟਿਵ ਸੰਸਥਾਵਾਂ, ਖਾਸ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ ਪ੍ਰਾਈਮ ਸੰਸਥਾ ਜਿਹਦਾ ਸਵਾਲ ਹੈ ਕਿ ਉਹ ਕਰੋ ਉਸ ਲੈਵਲ ਦੇ ਉੱਤੇ। ਇਹਨਾਂ ਨੇ ਇਹੀ ਕਹਿਣਾ ਸੀ ਨਾ, ਆਪਣੇ ਵੀ ਲੈ ਲੈਂਦੇ ਚਾਹੇ ਬੰਦੇ ਜਿਹੜੇ ਇਹਨਾਂ ਨੂੰ ਸ਼ੂਟ ਕਰਦੇ ਨੇ, ਨਾਰਮਲੀ ਇਹੀ ਚੀਜ਼ਾਂ ਹੁੰਦੀਆਂ ਨੇ। ਤੇ ਉਹ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਵੀ ਤੁਹਾਡੇ ਨੁਮਾਇੰਦੇ ਦਿਓ ਜੀ, ਆ ਜਿਹੜੇ ਵੀ ਤੁਸੀਂ ਚਾਹੁੰਦੇ ਹੋ, ਲੀਗਲ ਪੁਆਇੰਟ ਤੋਂ, ਧਾਰਮਿਕ ਚੌਕ ਤੋਂ। ਸਰਕਾਰ ਕਮੇਟੀ ਐਸੀ ਬਣਾਉਣੀ ਚਾਹੁੰਦੀ ਹੈ ਜਿਹਦੇ ਚ ਰੂਲਸ
ਅਮੈਂਡ ਕੀਤੇ ਜਾ ਸਕਣ। ਔਰ ਇਹ ਡਿਮਾਂਡ ਕਰਨ ਚ ਪ੍ਰੋਬਲਮ ਕੀ ਹੈ ਸਰਕਾਰ ਨੂੰ, ਇਹ ਨਹੀਂ ਸਮਝ ਆਈ। ਪ੍ਰੋਬਲਮ ਮਾਈਂਡ ਸੈਟ ਦੀ ਹੈ। ਮਾਈਂਡ ਸੈਟ ਦੀ ਪ੍ਰੋਬਲਮ ਇਹ ਹੈ ਕਿ ਜਿਹੜਾ ਮੈਨੂੰ ਲੱਗਦਾ ਭਗਵੰਤ ਮਾਨ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਹੋਈ ਹੈ, ਕੱਲੀ ਗੱਲ ਆਈ ਨਹੀਂ ਤੇ ਉਹ ਪ੍ਰੈਕਟਿਸ ਚ ਵੀ ਕੁਝ ਚੀਜ਼ਾਂ ਦੀਦੀਆਂ ਨੇ ਵੀ ਜੇ ਦੇਖੋ ਜੀ ਟੋਟਲ ਕਬਜ਼ਾ ਜਿਹੜਾ ਉਹ ਤਾਂ ਸ਼੍ਰੋਮਣੀ ਕਮੇਟੀ ਵੀ ਆਪਦੇ ਆਪ ਚ ਕੁਛ ਨਹੀਂ ਜੀ, ਉਹ ਵੀ ਬਾਦਲਾਂ ਦੇ ਕੰਟਰੋਲ ਚ ਹੈ। ਪੀਟੀਸੀ ਵੀ ਆਪਦੇ ਆਪ ਚ ਕੁਛ ਨਹੀਂ, ਉਹ ਵੀ ਬਾਦਲਾਂ ਦੇ ਕੰਟਰੋਲ ਚ ਹੈ। ਜਥੇਦਾਰ ਸਾਹਿਬਾਨ ਅੱਗੇ ਤੋਂ ਅੱਗੇ ਚੱਕ ਕੇ ਬਾਦਲ ਪਰਿਵਾਰ ਦਾ ਕਬਜ਼ਾ, ਆਪਾਂ ਤਾਂ ਉਹਨਾਂ ਦਾ ਕੋਈ ਬੰਦਾ ਲੈਣਾ ਨਹੀਂ, ਆਪਣਾ ਉਹਨਾਂ ਨਾਲ ਕੋਈ ਲਾਗਾ ਦੇਗਾ ਨਹੀਂ। ਕਬਜ਼ਾ ਕਿਸੇ ਦਾ ਵੀ ਉਹਦੇ ਬਾਵਜੂਦ ਇੰਡੀਵਿਜੂਅਲ ਨਾਲੋਂ ਜਿਹੜੀ ਸੰਸਥਾ ਹਮੇਸ਼ਾ ਵੱਡੀ ਹੁੰਦੀ ਹੈ। ਕੋਈ ਅੱਜ ਹੈ ਵਜੂਦ ਚ, ਕੱਲ ਨੂੰ ਨਹੀਂ ਹੈ। 100 ਸਾਲ ਤੋਂ ਪੁਰਾਣੀ ਜਿਹੜੀ ਇੱਕ ਸੰਸਥਾ ਹੈ ਉਹ ਬੰਦਿਆਂ ਨਾਲ ਨਹੀਂ ਟਿਕਦੀ, ਕਦੇ ਉਤਰਾ ਚੜਾਅ ਹੁੰਦੇ ਰਹਿੰਦੇ ਨੇ, ਬੰਦੇ ਚਲੇ ਜਾਂਦੇ ਨੇ ਨਾਸ਼ਵਾਨ ਤਰੀਕੇ ਦੇ ਨਾਲ ਉਸ ਪੱਧਰ ਦੇ ਉੱਤੇ। ਇਸ ਲਈ ਤੁਹਾਨੂੰ ਉਹ ਗੈਰ ਸਿਧਾਂਤਕ ਰੇਸ ਚ ਨਹੀਂ ਪੈਣਾ ਚਾਹੀਦਾ ਦੌੜ ਦੇ ਵਿੱਚ ਕਿ ਜਿਹੜੀ ਬੰਦੇ ਤੋਂ ਤੈਅ ਕਰਦੀ ਹੈ ਕੱਲੀ। ਇਹ ਬਹੁਤ ਸ਼ਾਰਟ ਸਾਈਟਡ ਰੇਸ ਹੈ, ਬਹੁਤ ਛੋਟੀ ਦ੍ਰਿਸ਼ਟੀ ਦਾ ਮਾਮਲਾ ਹੁੰਦਾ ਹੈ। ਐਡੀਆਂ ਪੋਸਟਾਂ ਤੇ ਬੈਠ ਕੇ ਬੰਦਿਆਂ ਨੂੰ ਦ੍ਰਿਸ਼ਟੀ ਓਪਨ ਤੇ ਦੂਰ ਅੰਦੇਸ਼ ਰੱਖਣੀ ਚਾਹੀਦੀ ਹੈ। ਸਾਡੀਆਂ ਸਰਕਾਰਾਂ 5 ਸਾਲ ਤੋਂ ਅੱਗੇ ਸੋਚਣਾ ਬੰਦ ਕਰ ਗਈਆਂ ਅਸਲ 'ਚ। ਸਾਡੀਆਂ ਸਰਕਾਰਾਂ ਔਰ ਅਗਲੇ 100 ਸਾਲ ਨੂੰ ਕੀ ਫਰਕ ਪਏਗਾ, ਅਗਲੇ ਸਾਲਾਂ ਦੇ ਵਿੱਚ ਕਿਹੜੀਆਂ ਪ੍ਰੋਬਲਮਸ ਆਉਣੀਆਂ ਨੇ, ਉਹਦੇ ਬਾਰੇ ਤਾਂ ਮੰਤਰ ਖਤਮ ਹੈ। ਇਸੇ ਕਰਕੇ ਸਾਡੇ ਕਾਨੂੰਨਾਂ 'ਚ, ਸਾਡੇ ਨੋਟੀਫਿਕੇਸ਼ਨਾਂ 'ਚ, ਸਾਡੀਆਂ ਮੀਟਿੰਗਾਂ ਦੇ ਵਿੱਚ 50 ਤਰ੍ਹਾਂ ਦੇ ਨੁਕਸ ਪੈਦਾ ਹੋ ਜਾਂਦੇ ਨੇ। ਉਹ ਬਾਰ-ਬਾਰ ਮੁਕੱਦਮੇਬਾਜ਼ੀ ਚੁਲਝਦੇ ਨੇ ਸਾਰੇ ਦੇ ਸਾਰੇ ਮਾਮਲੇ, ਕਿਉਂਕਿ ਲੌਂਗ ਰਨ ਦੀ ਜਿਹੜੀ ਸੋਚ ਹੈ ਉਹਦੇ ਤੇ ਪਰ ਚੱਲਣਾ ਅਸੀਂ ਬੰਦ ਹੋ ਗਏ। ਉਹ ਕਹਿੰਦਾ ਵੀ ਮੇਰੇ 2 ਥਣ ਚੋਏ ਜਾਣ ਇੱਕ ਵਾਰ, ਅਗਲੀ ਸੱਤਾ ਕਿਵੇਂ ਮਿਲਦੀ ਹੈ, ਕਿਹੜੇ ਮਾਮਲੇ ਚੋਂ ਮਿਲਦੀ ਹੈ, ਆਪਾਂ ਉਹਦੇ ਤੇ ਖੜੇ ਹੁੰਦੇ ਆ। ਦੂਜੇ ਨੂੰ, ਵਿਰੋਧੀ ਨੂੰ ਕਮਜ਼ੋਰ ਕਿਵੇਂ ਕਰਨਾ। ਪਰ ਕੁਝ ਮੁੱਦੇ ਉਦੋਂ ਵੱਡੇ ਹੁੰਦੇ ਨੇ, ਬਾਕੀ ਤੇ ਕਰੀ ਜਾਓ ਆਪਣੀ ਸਿਆਸਤ ਜੋ ਕਰਨੀ ਹੈ। ਉਹ ਜਿਹੜੇ ਓਵਰਆਲ ਐਗਜ਼ਿਸਟੈਂਸ ਨੂੰ ਪ੍ਰਭਾਵਿਤ ਕਰਦੇ ਨੇ, ਕਿਸੇ ਕਮਿਊਨਿਟੀ ਦੀ ਸ਼ਨਾਖਤ ਨੂੰ ਪ੍ਰਭਾਵਿਤ ਕਰਦੇ ਨੇ, ਆਇਡੈਂਟੀਟੀ ਨੂੰ ਪ੍ਰਭਾਵਿਤ ਕਰਦੇ ਨੇ, ਤਾਂ ਉਹਨਾਂ ਨਾਲ ਮੇਰਾ ਖਿਆਲ ਹੈ ਹਲਕੀ ਸਿਆਸਤ ਨਹੀਂ ਖੇਡਣੀ ਚਾਹੀਦੀ।